ਧੰਨ ਵਾਹਿਗੁਰੂ ਸਾਹਿਬ ਜੀ। ਕਿਰਪਾ ਕਰੋ ਦੀਨ ਕੇ ਦਾਤੇ, ਮੇਰਾ ਗੁਣ ਅਵਗੁਣ ਨਾ ਵਿਚਾਰ ਕੋਈ। माटी का क्या तो पै स्वामी, मानस की गत एही। तेरे गुण बहुते मैं एक ना जानिया, मैं मूर्ख किश दीजै। प्रणवत नानक सुन मेरे साहिबा, डुबदा पत्थर लीजै। जो तो प्रेम खेलन का चाव, सिर धर तली गली मेरी आओ। इत मार्ग पैर तरीजै, सिर दीजै कान ना कीजै। सूरा सो पहचानिए, झुलरै दीन के हेत। पुरजा पुरजा कट मरै, कबहू न छाड़ै खेत। जुगो जुग अटल भगत वशल बाणी के बोहिथ। राजान राज भानान भान, देवान देव उपमा महान। दीन दयाल सतगुरु ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਦੇ ਪਾਵਨ ਪਵਿੱਤਰ ਮੁਬਾਰਕ ਚਰਨਾਂ ਅੰਦਰ ਜੁੜ ਮਿਲ ਕੇ ਬੈਠ ਕੇ ਰੱਬੀ ਬਾਣੀ ਦੇ ਬੋਲ ਸੁਣਨ ਵਾਸਤੇ ਗੁਰੂ ਚਰਨਾਂ ਅੰਦਰ ਜੁੜ ਮਿਲ ਕੇ ਬੈਠੇ ਹੋ ਵਡਭਾਗੇ ਹਾਂ। ਜੋ ਨਗਰ ਦੀ ਸੰਗਤ ਨੂੰ, ਗੁਰਦੁਆਰਾ ਸਾਹਿਬ ਪ੍ਰਬੰਧਕ ਕਮੇਟੀ ਨੂੰ ਮਾਲਕ ਨੇ ਉਦਮ ਬਖਸ਼ਿਸ਼ ਕੀਤਾ ਹੈ, ਉਸ ਬਖਸ਼ਿਸ਼ ਕੀਤੇ ਹੋਏ ਉਦਮ ਦੇ ਸਦਕਾ ਕੁਰਬਾਨੀ ਤਿੰਨਾਂ ਗੁਰਸਿੱਖਾਂ ਭਾਏ ਭਗਤ ਗੁਰਪੁਰਬ ਕਰਨ ਦੇ ਆਪਣੇ ਬਜ਼ੁਰਗਾਂ ਮਾਨਵ ਤੇ ਇਤਿਹਾਸ ਨੂੰ ਵਿਚਾਰਨ ਦਾ, ਉਸ ਮਹਾਨ ਗੁਰਸਿੱਖ ਯੋਧੇ ਬਾਬਾ ਦੀਪ ਸਿੰਘ ਜੀ ਦੇ ਜਨਮ ਦਿਹਾੜੇ ਨੂੰ ਮਨਾਉਣ ਦਾ ਉਦਮ ਬਖਸ਼ਿਸ਼ ਕਰ ਰਹੇ ਹਾਂ। ਆਓ ਗੁਰਬਾਣੀ ਦੀ ਰੋਸ਼ਨੀ ਦੇ ਅੰਦਰ ਰਹਿੰਦਿਆਂ ਹੋਇਆਂ ਉਸ ਮਹਾਨ ਸਿਰ ਲੱਥ ਯੋਧੇ ਬਾਬਾ ਦੀਪ ਸਿੰਘ ਜੀ ਦੇ ਇਤਿਹਾਸ ਨੂੰ ਵਿਚਾਰ ਸਕੀਏ। ਸਾਰੀ ਸੰਗਤ ਨੂੰ ਬੇਨਤੀ ਹੈ, ਜੋ ਘਰ ਬੈਠ ਕੇ ਵੀ ਲਾਊਡ ਸਪੀਕਰਾਂ ਰਾਹੀਂ ਆਵਾਜ਼ ਸੁਣ ਰਹੇ ਹਨ, ਕਿ ਆਓ ਗੁਰਦੁਆਰਾ ਸਾਹਿਬ ਵਿਖੇ ਪਹੁੰਚਣ ਦੀ ਕਿਰਪਾਲਤਾ ਕਰੋ। ਸਾਨੂੰ ਸਾਰਿਆਂ ਨੂੰ ਪਤਾ ਹੈ, ਪਿਛਲੇ 3 ਦਿਨਾਂ ਤੋਂ ਸ੍ਰੀ ਅਖੰਡ ਪਾਠ ਸਾਹਿਬ ਗੁਰਦੁਆਰਾ ਸਾਹਿਬ ਚੱਲ ਰਹੇ ਸਨ।
ਤਿਨਾਂ ਦੇ ਭੋਗ ਪਏ ਹਨ। ਆਓ ਜਿੰਨੇ ਕੁ ਸਮੇਂ ਵਾਸਤੇ ਗੁਰੂ ਚਰਨਾਂ ਅੰਦਰ ਜੁੜ ਕੇ ਬੈਠੇ ਹਾਂ, ਓਨੇ ਸਮੇਂ ਦੇ ਅੰਦਰ ਰਹਿੰਦਿਆਂ ਹੋਇਆਂ ਗੁਰਮਤਿ ਵਿਚਾਰਾਂ ਦੇ ਨਾਲ ਸਾਂਝ ਪਾ ਸਕੀਏ। ਸਾਡਾ ਮਨ ਵਿਚਾਰ ਨੂੰ ਸੁਣਨ ਵਾਸਤੇ ਤਿਆਰ ਹੋ ਜਾਏ, ਕਿਉਂਕਿ ਤੁਸੀਂ ਸਾਰੇ ਖੇਤੀਬਾੜੀ ਦੇ ਕਿੱਤੇ ਦੇ ਨਾਲ ਸੰਬੰਧਿਤ ਵੀਰ ਬੈਠੇ ਹੋ, ਭੈਣਾਂ ਬੈਠੀਆਂ ਹੋ। ਜ਼ਮੀਨ ਦੇ ਵਿੱਚ ਬੀਜ ਉਦੋਂ ਸੁੱਟਿਆ ਜਾਂਦਾ ਹੈ ਜਦੋਂ ਖੇਤ ਜਿਹੜਾ ਹੈ ਉਹ ਤਿਆਰ ਹੋ ਜਾਏ, ਸਾਡਾ ਮਨ ਇਕਾਗਰ ਹੋ ਜਾਵੇ। ਜੋ ਸੰਗਤ ਮੱਥਾ ਟੇਕਣ ਵਾਸਤੇ ਗੁਰੂ ਘਰ 'ਚ ਹਾਜ਼ਰ ਹੋ ਰਹੀ ਹੈ, ਇਹ ਇਸੇ ਨਗਰ ਦੀ ਹੈ। ਤੁਸੀਂ ਸਾਰਿਆਂ ਨੇ ਉਹਨਾਂ ਦੇ ਚਿਹਰਿਆਂ ਨੂੰ ਦੇਖਿਆ ਹੋਇਆ, ਕੋਈ ਬਾਹਰੋਂ ਤੇ ਕੋਈ ਆਉਣ ਨਹੀਂ ਲੱਗਿਆ। ਇਸ ਕਰਕੇ ਬੇਨਤੀ ਹੈ ਕਿ ਜਿੰਨੇ ਕੁ ਸਮੇਂ ਵਾਸਤੇ ਗੁਰੂ ਚਰਨਾਂ ਅੰਦਰ ਬੈਠੇ ਹੋ, ਸੰਗਤ ਨੇ ਆਉਣਾ ਹੈ, ਮੱਥਾ ਟੇਕ ਕੇ ਆਪਣੀ ਜਗ੍ਹਾ ਦੇ ਉੱਤੇ ਬੈਠ ਜਾਣਾ ਹੈ। ਕਿਉਂਕਿ ਜਿਹੜਾ ਵਕਤਾ ਹੁੰਦਾ ਹੈ ਉਹ ਸਰੋਤੇ ਨੂੰ ਉਦੋਂ ਤੱਕ ਚੀਜ਼ ਸੁਣਾ ਸਕਦਾ ਜਿੰਨਾ ਤੱਕ ਉਹਨਾਂ ਦੇ ਨਾਲ ਵੇਖ ਕੇ ਫੇਸ ਟੂ ਫੇਸ ਗੱਲ ਕਰ ਰਿਹਾ। ਸਾਡਾ ਮਨ ਵਿਚਾਰਾਂ ਨੂੰ ਸੁਣਨ ਵਾਸਤੇ ਤਿਆਰ ਹੋ ਜਾਏ। ਆਓ ਬੜੇ ਪਿਆਰ ਦੇ ਨਾਲ 2 ਪੰਕਤੀਆਂ ਦੇ ਪਾਠ ਅਸੀਂ ਸ਼ਬਦੀ ਰੂਪ ਵਿੱਚ ਕਰੀਏ। ਸਾਰੀ ਸੰਗਤ ਨੇ ਜਿਹੜਾ ਹੈ ਮਗਰ ਮਗਰ ਬੋਲਣ ਦੀ ਕਿਰਪਾਲਤਾ ਕਰਨੀ ਹੈ। ਸੂਰਾ ਸੋ ਪਹਿਚਾਨੀਐ, ਸੂਰਾ ਸੋ ਪਹਿਚਾਨੀਐ, ਸੂਰਾ ਸੋ ਸੂਰਾ ਸੋ ਪਹਿਚਾਨੀਐ, ਸੂਰਾ ਸੋ ਪਹਿਚਾਨੀਐ। ਜੋ ਲਰੈ ਦੀਨ ਕੇ ਹੇਤ, ਜੋ ਲਰੈ ਦੀਨ ਕੇ ਹੇਤ, ਪੁਰਜਾ ਪੁਰਜਾ ਕਟ ਮਰੈ, ਪੁਰਜਾ ਪੁਰਜਾ ਕਟ ਮਰੈ। ਕਬਹੂ ਨਾ ਛੱਡੈ ਖੇਤ, ਕਬਹੂ ਨਾ ਛੱਡੈ ਖੇਤ, ਕਬਹੂ ਨਾ ਛੱਡੈ ਖੇਤ, ਕਬਹੂ ਨਾ ਛੱਡੈ ਖੇਤ। ਆਓ ਸਰਬੱਤ ਸੰਗਤ ਮਨੋਬਿਰਤੀਆਂ ਨੂੰ ਇਕਾਗਰ ਕਰੋ, ਕੋਈ ਰਸਨਾ ਵਾਂਝੀ ਨਾ ਰਹੇ। ਬੁਲਾਈ ਹੋਈ ਫਤਿਹ ਪ੍ਰਵਾਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੋ ਗੁਰਬਾਣੀ ਅਤੇ ਇਤਿਹਾਸ ਹੈ ਉਹ ਸਾਨੂੰ ਹਰੇਕ ਫੀਲਡ ਵਿੱਚ ਜਿਹੜਾ ਹੈ ਸਾਨੂੰ ਇੱਕ ਚਾਨਣ ਮੁਨਾਰੇ ਦਾ ਕੰਮ ਦਿੰਦਾ ਹੈ। ਮੈਂ ਅਕਸਰ ਬੇਨਤੀ ਕਰਦਾ ਹੁੰਦਾ ਕਿ ਇਤਿਹਾਸ ਦੀ ਕਥਾ ਸਾਨੂੰ ਸੁਣਨ ਵਿੱਚ ਬਹੁਤ ਸੋਹਣੀ ਲੱਗਦੀ ਹੈ। ਜੋ ਸਾਡਾ ਇਹ ਮਾਝੇ ਦਾ ਇਲਾਕਾ ਹੈ ਨਾ, ਗੁਰਦਾਸਪੁਰ, ਅੰਮ੍ਰਿਤਸਰ, ਦੀਨਾਨਗਰ, ਪਠਾਨਕੋਟ ਦਾ ਏਰੀਆ, ਇਸ ਇਲਾਕੇ ਵਿੱਚ ਕਵੀਸ਼ਰ ਬੜੇ ਪਾਏ ਜਾਂਦੇ ਨੇ ਤੇ ਅਸੀਂ ਉਹ ਇਤਿਹਾਸ ਨੂੰ ਬੜੇ ਚਿਟਕ ਦੇ ਨਾਲ ਸੁਣਦੇ ਹਾਂ। ਤੇ ਇਸ ਇਲਾਕਿਆਂ ਦੇ ਵਿੱਚ ਗੁਰਬਾਣੀ ਦੇ ਕੀਰਤਨ ਜਿਹੜੇ ਹਨ ਉਹ ਬਹੁਤ ਲੋਕ ਘੱਟ ਪਸੰਦ ਕਰਦੇ ਨੇ। ਬਹੁਤਾਤ ਗਿਣਤੀ ਦੇ ਵਿੱਚ ਸਾਨੂੰ ਇਤਿਹਾਸ ਦੀ ਬੜੀ ਚਿਟਕ ਹੈ। ਪਰ ਉਹ ਸਵਾਲ ਪੈਦਾ ਹੁੰਦਾ ਹੈ ਕਿ ਅਸੀਂ ਇਤਿਹਾਸ ਤੋਂ ਸਿੱਖਿਆ ਕੀ ਹੈ ਅੱਜ ਤੱਕ। ਜੋ 35 ਸਾਲ ਪਹਿਲਾਂ ਸਾਡਾ ਮਨ ਸੀ, ਉਹੀ 35 ਸਾਲ 40 ਸਾਲਾਂ ਬਾਅਦ ਸਾਡਾ ਮਨ ਫਿਰ ਉੱਥੇ ਸਟੈਂਡ ਹੈ। ਅਸੀਂ ਇਤਿਹਾਸ ਤੋਂ ਕੁਝ ਸਿੱਖਿਆ ਨਹੀਂ। ਤੇ ਜਦੋਂ ਇਤਿਹਾਸ ਦੀ ਮੈਂ ਕਥਾ ਕਰਦਾ ਹਾਂ, ਮੈਂ ਅਕਸਰ ਜ਼ਿਕਰ ਕਰਦਾ ਹਾਂ, ਇਤਿਹਾਸ ਉਹ ਹੈ ਕਿ ਬੀਤ ਚੁੱਕੇ ਹੋਏ ਸਮੇਂ ਨੂੰ ਮੌਜੂਦਾ ਸਮੇਂ ਦੇ ਨਾਲ ਕੰਪੇਅਰ ਕਰਕੇ ਦੇਖਣਾ, ਜਾਂ ਬੀਤ ਚੁੱਕੇ ਹੋਏ ਸਮੇਂ ਨੂੰ ਆਉਣ ਵਾਲੇ ਸਮੇਂ ਦੇ ਨਾਲ ਕੰਪੇਅਰ ਕਰਕੇ ਦੇਖਣਾ ਕਿ ਜਿਨ੍ਹਾਂ ਨੂੰ ਅਸੀਂ ਮੱਥਾ ਟੇਕ ਰਹੇ ਹਾਂ, ਗੁਰੂ ਕਹਿ ਕੇ ਮੰਨ ਰਹੇ ਹਾਂ, ਗੁਰੂ ਨਾਨਕ ਦੇਵ ਮਹਾਰਾਜ ਪਾਤਸ਼ਾਹ ਤੋਂ ਲੈ ਕੇ ਮਹਾਨ ਗੁਰਸਿੱਖਾਂ ਦੇ ਇਤਿਹਾਸ ਤੱਕ, ਉਹਨਾਂ ਦੇ ਜੀਵਨ ਕਾਲ ਦੇ ਅੰਦਰ ਰਹਿੰਦਿਆਂ ਹੋਇਆਂ ਕਿੰਨੇ ਦੁੱਖ ਆਏ, ਕਿੰਨੇ ਤਕਲੀਫਾਂ ਆਈਆਂ, ਕਿੰਨਾ ਕਸ਼ਟ ਚੱਲਿਆ, ਪਰ ਉਹ ਦੁੱਖ ਤਕਲੀਫਾਂ ਕਸ਼ਟ ਵਿੱਚੋਂ ਨਿਕਲੇ ਕਿਵੇਂ, ਉਹ ਇਤਿਹਾਸ ਜਿਹੜਾ ਹੈ ਸਾਨੂੰ ਇੱਕ ਲਾਈਟਿੰਗ ਦਾ ਕੰਮ ਦੇਗਾ, ਸਾਨੂੰ ਇੱਕ ਇਤਿਹਾਸ ਦਾ ਕੰਮ ਦੇਗਾ।
ਬਹੁਤ ਗਿਣਤੀ ਦੇ ਵਿੱਚ ਅੱਜ ਸਾਡੀ ਨੌਜਵਾਨ ਪੀੜ੍ਹੀ ਜਿਹੜੀ ਹੈ ਜੇਕਰ ਕੁਰਾਹੇ ਪੈ ਰਹੀ ਹੈ, ਉਹਦਾ ਕਾਰਨ ਕੇਵਲ ਇਹੀ ਹੈ, ਅਸੀਂ ਇਤਿਹਾਸ ਸੁਣਿਆ ਤੇ ਹੈ ਪਰ ਆਪਣੇ ਬੱਚਿਆਂ ਤੱਕ ਇਤਿਹਾਸ ਦਾ ਸੰਦੇਸ਼ਾ ਪਹੁੰਚਾਇਆ ਨਹੀਂ। ਕਾਰਨ ਹੈ ਜੀ, ਇੱਕ ਵਿਦਵਾਨ ਨੇ ਬੜੇ ਸੋਹਣੇ ਬੋਲ ਲਿਖੇ। ਉਹ ਆਖਦਾ, ਕਹਿੰਦਾ, ਨਾਲ ਮੰਤਰਾਂ ਨੀ ਕਦੇ ਮੁਛਾਲ ਬਲਦੀ, ਤੇਲ ਮੁੱਕੇ ਤੇ ਦੀਵਾ ਹੋ ਗੁੱਲ ਜਾਵੇ। ਜਿੰਨੇ ਮਰਜ਼ੀ ਮੰਤਰ ਪੜ੍ਹੀ ਜਾਓ, ਕਦੇ ਮੁਛਾਲ ਜਗੇਗੀ, ਕਦੇ ਨਹੀਂ ਜਗਦੀ। ਨਾਲ ਮੰਤਰਾਂ ਨੀ ਕਦੇ ਮੁਛਾਲ ਬਲਦੀ, ਤੇਲ ਮੁੱਕੇ ਤੇ ਦੀਵਾ ਹੋ ਗੁੱਲ ਜਾਵੇ। ਲੱਖ ਯਤਨ ਕਰੀਏ ਪਰ ਨਾ ਪਵੇ ਭਾਂਡੇ, ਜਿਹੜਾ ਦੁੱਧ ਜ਼ਮੀਨ ਤੇ ਡੁੱਲ ਜਾਵੇ। ਫੀਤਾ ਫੀਤਾ ਹੋ ਜਾਂਦੀ ਹੈ ਕਬੀਲਦਾਰੀ, ਜੇਕਰ ਗੰਢ ਇਤਫਾਕ ਦੀ ਖੁੱਲ ਜਾਵੇ। ਪਾਰਸ ਮਿਟ ਜਾਂਦੀ ਹੈ ਉਹ ਹਰਫ ਵਾਂਗਰ, ਹਰਫ ਦਾ ਅੱਖਰ ਹੈ ਸਿਆਹੀ। ਪਾਰਸ ਮਿਟ ਜਾਂਦੀ ਹੈ ਉਹ ਹਰਫ ਵਾਂਗਰ, ਜਿਹੜੀ ਕੌਮ ਇਤਿਹਾਸ ਨੂੰ ਭੁੱਲ ਜਾਵੇ। ਅਸੀਂ ਇਤਿਹਾਸ ਸੁਣਿਆ ਬਹੁਤ ਹੈ ਪਰ ਵਿਚਾਰਿਆ ਤਾਂ ਨਹੀਂ ਨਾ, ਇਤਿਹਾਸ 'ਚ ਕੋਈ ਸਿੱਖਿਆ ਤਾਂ ਨਹੀਂ ਨਾ। ਕੱਲ ਮੈਂ ਨੌਜਵਾਨ ਵੀਰਾਂ ਦੇ ਕੋਲ ਬੈਠਾ ਸੀ ਗੁਰਦੁਆਰਾ ਸਾਹਿਬ, ਤੁਹਾਨੂੰ ਵੀ ਸਵਾਲ ਕਰਦਾ ਮੈਂ। ਅਸੀਂ ਪਿਛਲੇ ਦਿਨੀ ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਦਾ ਜਨਮ ਦਿਹਾੜਾ ਮਨਾ ਕੇ ਹਟੇ ਆ ਨਾ। ਸਾਰਿਆਂ ਨੇ ਇਗਰਾਈ ਇਕੱਠੀ ਕਰਕੇ ਆਪਾਂ ਢਾਡੀ ਜੱਥਾ ਬਾਹਰੋਂ ਬੁਲਾਇਆ ਤੇ ਮੈਂ ਵੀਰਾਂ ਨਾਲ ਸਵਾਲ ਕਰਦਾ ਸੀ ਕਿ ਜਿਹੜਾ ਪੜਾਅ ਲੱਗਾ ਸੀ ਆਪਣੇ ਬੋਰਡ ਥੱਲੇ ਪੜਾਅ ਲੱਗਾ ਸੀ, ਇੱਥੇ ਕੀ ਖਾਧਾ ਹੋਇਆ ਸੀ? ਤੇ ਕਹਿੰਦੇ ਅਸੀਂ ਫਲਾਣੀ ਚੀਜ਼ ਖਾਧੀ ਇੱਥੇ। ਫਿਰ ਮੈਂ ਕਿਹਾ ਜਿਹੜਾ ਪੜਾਅ ਇੱਥੇ ਲੱਗਾ ਸੀ ਦਿਲਪ੍ਰੀਤ ਹੋਣਾ ਦੇ ਗੇਟ ਦੇ ਮੂਹਰੇ, ਮੈਂ ਇੱਥੇ ਕੀ ਖਾਧਾ ਸੀ? ਕਹਿੰਦੇ ਤੇ ਫਲਾਣੀ ਚੀਜ਼ ਖਾਧੀ, ਉੱਥੇ ਪੜਾਅ ਤੇ ਆਹ ਖਾਧੀ। ਫਿਰ ਮੈਂ ਦੂਸਰਾ ਸਵਾਲ ਕੀਤਾ ਕਿ ਜਿਹੜਾ ਬੋਰਡ ਥੱਲੇ ਪੜਾਅ ਲੱਗਾ ਸੀ ਢਾਡੀ ਜੱਥਿਆਂ ਨੇ, ਉੱਥੇ ਪ੍ਰਸੰਗ ਕਿਹੜਾ ਛੇੜਿਆ ਸੀ? ਸਾਨੂੰ ਪਤਾ ਨਹੀਂ। ਜਿਹੜਾ ਪੜਾਅ ਇੱਥੇ ਰਾਜਵੀਰ ਹੋਣਾ ਦੇ ਪੜਾਅ ਤੇ ਲੱਗਾ ਸੀ, ਇੱਥੇ ਢਾਡੀ ਜੱਥੇ ਨੇ ਸਾਨੂੰ ਕੀ ਸੁਣਾਇਆ? ਮੂੰਹ 'ਚ ਉਂਗਲੀ ਪਾ ਕੇ ਬੈਠ ਜਾਂਦੇ ਆਪਾਂ। ਢਾਡੀ ਜੱਥਾ ਬੁਲਾ ਲਿਆ, ਬਾਹਰੋਂ ਪ੍ਰਚਾਰਕ ਬੁਲਾ ਲਿਆ, ਬਾਹਰੋਂ ਕਥਾਵਾਚਕ ਬੁਲਾ ਲਿਆ, ਪਰ ਅਸੀਂ ਸਿੱਖਿਆ ਤੇ ਕੁਝ ਨਹੀਂ ਨਾ। ਇਤਿਹਾਸ ਨੂੰ ਸੁਣੀਏ ਪਰ ਇਤਿਹਾਸ ਸਾਡੇ ਹੱਡਾਂ ਦੇ ਵਿੱਚ ਰਚ ਜਾਏ ਕਿ ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਐਸਾ ਤੇਰਾ ਜੀਵਨ ਸੀ। ਆਖਿਰ ਕਾਰਨ ਕੀ ਬਣਿਆ ਬਣਾਇਆ ਘਰ ਛੱਡ ਦੇਣਾ, ਪੁੱਤ ਮਿਲੇ, ਪਰਿਵਾਰ ਮਿਲਿਆ, ਤੇ ਕੀ ਐਸੀ ਗੱਲ ਬਣੀ ਆਪਣੇ ਹੱਥੀਂ ਆਪਣੇ ਪਿਤਾ ਨੂੰ ਕਹਿਣਾ ਪਿਤਾ ਜੀ ਜਾਓ? ਪਤਾ ਵੀ ਹੈ ਜੇਕਰ ਗੁਰੂ ਤੇਗ ਬਹਾਦਰ ਮਹਾਰਾਜ ਪਾਤਸ਼ਾਹ ਅੱਜ ਅਨੰਦਪੁਰ ਦੇ ਕਿਲੇ ਨੂੰ ਛੱਡ ਕੇ ਚੱਲੇ ਨੇ, ਹੁਣ ਵਾਪਸ ਨਹੀਂ ਆਉਣਗੇ। 9 ਸਾਲ ਦੀ ਉਮਰ ਸੀ। ਤੇ ਕੀ ਕਾਰਨ ਬਣੇ? ਸਤਿਗੁਰ ਆਖਿਆ, ਬੱਚਿਓ ਤੁਸੀਂ ਘਰੀ ਜਾਵੋ, ਸਿਰ ਦੇ ਕੇ ਧਰਮ ਬਚਾਂਗਾ ਮੈਂ। ਹਿੰਦੂ ਮੰਦਰ ਦੇ ਬੁੱਝ ਰਹੇ ਦੀਵਿਆਂ ਅੰਦਰ, ਤੇਲ ਆਪਣੇ ਲਹੂ ਦਾ ਪਾਂਗਾ ਮੈਂ। ਪਾਇਆ ਧਰਮ ਦੀਆਂ ਜੜ੍ਹਾਂ ਵਿੱਚ ਲਹੂ ਆਪਣਾ, ਭਾਰਤ ਵਰਸ਼ ਦਾ ਬਾਗ ਤਾਂ ਫਲ ਰਿਹਾ। ਹਿੰਦੂ ਮੰਦਰ ਦੇ ਬੁੱਝ ਰਹੇ ਦੀਵਿਆਂ ਅੰਦਰ, ਲਹੂ ਤੇਗ ਬਹਾਦਰ ਦਾ ਬਲ ਰਿਹਾ। ਐਸਾ ਕਾਰਨ ਕੀ ਬਣਿਆ? ਆਪਣੇ ਹੱਥੀਂ ਆਪਣੇ ਪਿਤਾ ਨੂੰ ਕਹਿਣਾ ਪਿਤਾ ਜੀ ਜਾਓ, ਮੈਂ ਯਤੀਮ ਹੋ ਜਾਵਾਂ ਤੇ ਲੱਖ ਵਾਰੀ ਹੋਵਾਂ, ਪਰ ਕਈਆਂ ਦੇ ਪਿਤਾ ਦੇ ਸਾਏ ਜਿਹੜੇ ਨੇ ਉਹਨਾਂ ਦੇ ਸਿਰ ਦੇ ਉੱਤੇ ਬਰਕਰਾਰ ਰਹਿਣੇ ਚਾਹੀਦੇ ਨੇ। ਕੀ ਕਾਰਨ ਬਣੇ? ਬਣਿਆ ਬਣਾਇਆ ਘਰ ਛੱਡ ਦੇਣਾ, ਸਾਹਿਬਜ਼ਾਦੇ ਆਪਣੇ ਨਾਲ ਖੜੇ ਹੋ ਕੇ ਤੋੜ ਦੇਣੇ। ਕਿੰਨਾ ਵੱਡਾ ਜਿਗਰਾ ਹੈ ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਦਾ। ਇਤਿਹਾਸ ਤੋਂ ਕੁਝ ਸਿੱਖੀਏ ਤੇ ਸਹੀ। ਸਾਡੇ ਸਾਹਿਬਜ਼ਾਦੇ ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਨੇ ਸਾਹਿਬਜ਼ਾਦੇ ਨੂੰ ਹੱਥੀਂ ਵਾਰਿਆ, ਤੋਰਿਆ, ਤੇ ਅੱਜ ਉਹ ਸਾਹਿਬਜ਼ਾਦੇ ਸਾਡੇ ਪਰਿਵਾਰ ਵਿੱਚੋਂ ਨਾ ਦਿਸਣ ਤੇ ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਨੂੰ ਓਨਾ ਦੁੱਖ ਉਦੋਂ ਨਹੀਂ ਹੋਇਆ ਹੋਏਗਾ 1704 ਈਸਵੀ ਵਿੱਚ, ਨਾ ਅੱਜ ਦੁੱਖ ਲੱਗ ਰਿਹਾ ਹੋਏਗਾ ਕਿ ਅੱਜ ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਸਰੂਪ ਦੇ ਅੰਦਰ ਸਾਨੂੰ ਦੇਖ ਨਹੀਂ ਰਹੇ। ਆਪਣੇ ਜੋਰਾਵਰ ਸਿੰਘ, ਫਤਿਹ ਸਿੰਘ, ਅਜੀਤ ਸਿੰਘ, ਜੁਝਾਰ ਸਿੰਘ ਲੱਭ ਨਾ ਰਹੇ ਹੋਣਗੇ। ਗੁਰਮੁਖੋ, ਭਾਗਾਂ ਵਾਲਿਓ, ਇਤਿਹਾਸ ਸੁਣਦੇ ਹੋ ਪਰ ਉਹ ਮੈਸੇਜ ਨੂੰ ਆਪਣੇ ਬੱਚਿਆਂ ਤੱਕ ਜ਼ਰੂਰ ਪਹੁੰਚਾਈਏ। ਆਓ ਜਿਸ ਇਤਿਹਾਸ ਦੀ ਮੈਂ ਮਜ਼ਮੂਨ ਆਪ ਜੀ ਨਾਲ ਸਾਂਝਾ ਕਰ ਰਿਹਾ, ਇਹ 'ਚੋਂ ਕੁਝ ਸਿੱਖਣ ਦਾ ਯਤਨ ਕਰਨਾ। ਅੰਮ੍ਰਿਤਸਰ ਦੀ ਧਰਤੀ ਦੇ ਉੱਤੇ ਇੱਕ ਪਰਿਵਾਰ ਰਹਿ ਰਿਹਾ ਹੈ, ਭਾਈ ਭਗਤੂ ਜੀ ਦਾ। ਗੁਰੂ ਘਰ ਦੇ ਨਾਲੋਂ ਪਹਿਲਾਂ ਜੁੜੇ ਹੋਏ ਨੇ। ਮਾਤਾ ਜਿਉਣੀ ਜੀ ਤੇ ਭਾਈ ਭਗਤੂ ਜੀ ਪਹੂਵਿੰਡ ਨਗਰ ਦੇ ਵਿੱਚ ਰਹਿ ਰਹੇ ਨੇ। ਉੱਥੇ ਇੱਕ ਬੱਚੇ ਦਾ ਜਨਮ ਹੋਇਆ
ਤੇ ਨਾਮ ਰੱਖਿਆ ਗਿਆ ਦੀਪਾ। ਭਾਈ ਭਗਤੂ ਜੀ ਮਾਤਾ ਜਿਉਣੀ ਦੀ ਕੁੱਖ ਤੋਂ ਬੱਚੇ ਦਾ ਜਨਮ ਹੋਇਆ। 26 ਜਨਵਰੀ 1682 ਈਸਵੀ ਨੂੰ ਭਾਈ ਭਗਤੂ ਜੀ ਦੇ ਘਰ ਇੱਕ ਬੱਚੇ ਦਾ ਜਨਮ ਹੋਇਆ, ਨਾਮ ਰੱਖਿਆ ਗਿਆ ਦੀਪਾ। ਤੇ ਮਾਤਾ ਨੇ ਐਸੀ ਚਿਟਕ ਜਿਹੜੀ ਹੈ ਇਤਿਹਾਸ ਦੀ, ਗੁਰਬਾਣੀ ਦੀ ਸਿੱਖਿਆ ਦੇਣੀ ਜਿਹੜੀ ਹੈ ਸ਼ੁਰੂ ਕਰ ਦਿੱਤੀ। ਤੇ ਹਰੇਕ ਮਾਂ ਪਿਓ ਦਾ ਇੱਕ ਸੁਪਨਾ ਹੁੰਦਾ ਹੈ ਕਿ ਉਹਦੀ ਪੁਸ਼ਾਕ ਜਿਹੜੀ ਹੈ ਉਹ ਵਧੀਆ ਹੋਵੇ, ਉਹਦੀ ਖੁਰਾਕ ਜਿਹੜੀ ਹੈ ਉਹ ਵਧੀਆ ਹੋਵੇ, ਤੇ ਉਹਦੇ ਵਿਚਾਰ ਜਿਹੜੇ ਹਨ ਬੱਚੇ ਦੇ ਉਹ ਬਹੁਤ ਵਧੀਆ ਹੋਣ, ਕਿ ਤਾਂ ਕਿ ਇਲਾਕਾ, ਨਗਰ, ਪਿੰਡ, ਸੁਸਾਇਟੀ, ਰਿਸ਼ਤੇਦਾਰੀ ਉਹਦੇ ਬੱਚੇ ਨੂੰ ਸਲਾਹੇ ਕਿ ਹਾਂ ਕਮਾਲ ਹੈ, ਬੱਚਾ ਹੋਵੇ ਤੇ ਇਸ ਤਰ੍ਹਾਂ ਦਾ ਹੋਵੇ। ਨਾਮ ਰੱਖਿਆ ਗਿਆ ਦੀਪਾ। ਤੇ ਮਹਾਰਾਜ ਦੇ ਅੱਗੇ ਅਰਦਾਸ ਬੇਨਤੀ ਕੀਤੀ। ਮੰਨ ਲਓ ਕਿ ਜਿਸ ਸ਼ਬਦ ਨੂੰ ਅਸੀਂ ਗੁਰਬਾਣੀ ਦੇ ਅੰਦਰ ਪੜ੍ਹਦੇ ਹਾਂ ਨਾ, ਜਦੋਂ ਸਾਡੇ ਬੱਚੇ ਦਾ ਕਿਤੇ ਜਨਮ ਹੋਏ, ਕਿ ਪਾਤਸ਼ਾਹ ਤੇਰੀ ਸਿੱਖਿਆ ਜਿਹੜੀ ਹੈ ਮੇਰੇ ਬੱਚੇ ਦਾ ਉਹ ਜੀਵਨ ਜਿਹੜਾ ਹੈ ਉਹ ਸਵਾਰ ਦੇਵੇ। ਮਾਲਕ ਦੇ ਅੱਗੇ ਅਰਦਾਸ ਬੇਨਤੀ ਕੀਤੀ ਕਿ ਪਾਤਸ਼ਾਹ ਤੇਰੀ ਸਿੱਖਿਆ ਦੇ ਉੱਤੇ ਰਹਿ ਕੇ ਮੇਰਾ ਜਿਹੜਾ ਇਹ ਬੱਚਾ ਪੈਦਾ ਹੋਇਆ ਹੈ, ਦੀਪਾ ਜਿਹੜਾ ਹੈ, ਇਹ ਤੇਰੀ ਸਿੱਖਿਆ ਦੇ ਨਾਲ ਜੁੜ ਕੇ ਤੇਰੇ ਚਰਨਾਂ ਦੇ ਵਿੱਚ ਜੁੜਿਆ ਰਹੇ। ਤੇ ਮਾਤਾ ਨੇ ਐਸੀ ਸਿੱਖਿਆ ਦਿੱਤੀ। ਤੇ ਪਹਿਲਾਂ ਗੁਰਦੁਆਰਾ ਸਾਹਿਬ ਜਿਹੜੇ ਸਨ ਉੱਥੇ ਪ੍ਰਕਾਸ਼ ਜਿਹੜਾ ਸੀ ਉਦੋਂ ਹੁੰਦਾ ਨਹੀਂ ਸੀ। ਉੱਥੇ ਪਹੂਵਿੰਡ ਨਗਰ ਦੇ ਵਿੱਚ ਧਰਮਸ਼ਾਲਾ ਦਾ ਕੰਮ ਸੀ ਕਰਦੇ ਹੋ। ਤੇ ਧਰਮਸ਼ਾਲਾ ਦਾ ਕੰਮ ਜਿਹੜਾ ਇਹ ਹੁੰਦਾ ਕਿ ਉੱਥੇ ਅੱਜ ਅਸੀਂ ਪਾਠਸ਼ਾਲਾ ਨੂੰ, ਧਰਮਸ਼ਾਲਾ ਨੂੰ, ਯੂਨੀਵਰਸਿਟੀ ਨੂੰ, ਕਾਲਜ ਨੂੰ ਸਿੱਖਣ ਵਾਸਤੇ ਬੱਚੇ ਨੂੰ ਭੇਜਦੇ ਹਾਂ। ਇੱਥੇ ਮੈਂ ਇੱਕ ਹੋਰ ਬੇਨਤੀ ਕਰਦੇ ਹਾਂ, ਜੋ ਸਾਡੇ ਇਹ ਗੁਰੂ ਘਰ ਨੇ ਨਾ, ਇਹ ਸਾਡਾ ਇੱਕ ਸਕੂਲ ਦਾ ਕੰਮ ਕਰਦੇ ਨੇ, ਇਹ ਸਾਡਾ ਇੱਕ ਕਾਲਜ ਦਾ ਕੰਮ ਕਰਦੇ ਨੇ, ਇਹ ਸਾਡਾ ਇੱਕ ਧਰਮਸ਼ਾਲਾ ਦਾ ਕੰਮ ਕਰਦੇ ਨੇ। ਭਾਈ ਗੁਰਦਾਸ ਜੀ ਨੇ ਜਦੋਂ ਵਾਰ ਨੂੰ ਪੜ੍ਹਦੇ ਆ ਨਾ, ਉਹ ਲਿਖਦੇ ਨੇ ਕਿ ਘਰ ਘਰ ਅੰਦਰ ਧਰਮਸ਼ਾਲ ਹੋਵੇ ਕੀਰਤਨ ਸਦਾ ਵਿਸੋਆ। ਬਾਬੇ ਨਾਨਕ ਨੇ ਐਸਾ ਪ੍ਰਚਾਰ ਕੀਤਾ ਕਿ ਜਿਹੜੀਆਂ ਉਹ ਧਰਮਸ਼ਾਲਾ ਸਨ ਉਹ ਘਰ ਘਰ ਪੈਦਾ ਹੋ ਗਈਆਂ, ਘਰ ਘਰ ਧਰਮਸ਼ਾਲਾ ਬਣ ਗਈਆਂ। ਜੇ ਸੱਜਣ ਠੱਗ ਦੇ ਨਾਲ ਮੁਲਾਕਾਤ ਹੋਈ ਤੇ ਗੁਰੂ ਨਾਨਕ ਦੇਵ ਮਹਾਰਾਜ ਪਾਤਸ਼ਾਹ ਨੇ ਕਿਹਾ ਕਿ ਨਾਮ ਤੇ ਤੇਰਾ ਸੱਜਣ ਹੈ ਕਿ ਕੰਮ ਸੱਜਣਾ ਵਾਲੇ ਕਰ ਰਹੇ। ਧਰਮ ਦਾ ਬਾਣਾ ਤੇ ਬੇਸ਼ੱਕ ਪਾਇਆ ਹੋਏਗਾ, ਮੇਰੇ ਵਰਗੇ ਨੂੰ ਚਿੱਟਾ ਪਜਾਮਾ ਕੁੜਤਾ, ਚਿੱਟੀ ਪੱਗ ਬੰਨ੍ਹ ਕਹਿੰਦਾ ਮੈਂ ਕਥਾਕਾਰ ਹਾਂ। ਧਰਮ ਦੇ ਦਿਖਣ ਵਾਸਤੇ ਲੋਕਾਂ ਨੂੰ ਧਰਮ ਹੀ ਲੱਗ ਰਿਹਾ ਹੈ, ਪਰ ਕੀ ਕੰਮ ਧਰਮ ਵਾਲੇ ਕਰ ਰਿਹਾ ਕਿ ਨਹੀਂ ਕਰ ਰਿਹਾ। ਗੁਰੂ ਨਾਨਕ ਦੇਵ ਮਹਾਰਾਜ ਪਾਤਸ਼ਾਹ ਨੇ ਉਹਨੂੰ ਧਰਮਸ਼ਾਲਾ ਦਾ ਇੱਕ ਪ੍ਰਚਾਰਕ ਨਿਯੁਕਤ ਕੀਤਾ, ਭਾਈ ਸੱਜਣ ਬਣਾਇਆ। ਕੌਡੇ ਰਾਖਸ਼ ਨੂੰ ਭਾਈ ਕੌਡਾ ਬਣਾਇਆ। ਤੇ ਬਾਬੇ ਨਾਨਕ ਦੀ ਧਰਮਸ਼ਾਲਾ ਜਿਹੜੀ ਹੈ ਘਰ ਘਰ ਪੈਦਾ ਹੋਈ। ਮਿਰਜ਼ਾ ਗੁਲਾਮ ਅਹਿਮਦ ਕਾਦੀਆਂ ਉਹ ਆਪਣੀ ਕਲਮ ਦੇ ਨਾਲ ਸਿੱਖਾਂ ਨੂੰ ਸੱਗ ਲਿਖਦਾ ਹੈ। ਸੱਗ ਦਾ ਅਰਥ ਹੈ ਕੁੱਤੇ, ਮਾਫ ਕਰੋ ਸ਼ਬਦ ਵਰਤ ਰਿਹਾ ਹਾਂ। ਮਿਰਜ਼ਾ ਗੁਲਾਮ ਅਹਿਮਦ ਕਾਦੀਆਂ ਸੱਗ ਲਿਖਦਾ ਹੈ, ਕਹਿੰਦਾ ਪਰ ਗੁਰੂ ਨਾਨਕ ਦੇ ਚਰਨਾਂ ਦੇ ਅੱਗੇ ਮੇਰਾ ਸਿਰ ਝੁਕਦਾ ਹੈ। 1469 ਤੋਂ ਲੈ ਕੇ 1539 ਤੱਕ ਗੁਰੂ ਨਾਨਕ ਨੇ ਐਸਾ ਪ੍ਰਚਾਰ ਕੀਤਾ ਕਿ ਆਪਣੇ ਪਹਿਲੇ ਜਾਮੇ ਦੇ ਵਿੱਚ ਗੁਰੂ ਨਾਨਕ ਨੇ ਪ੍ਰਚਾਰ ਦੇ ਨਾਲ 3 ਕਰੋੜ ਸਿੱਖ ਪੈਦਾ ਕੀਤੇ। ਤੇ ਬਾਬੇ ਨਾਨਕ ਨੇ ਧਰਮਸ਼ਾਲਾ ਕਾਇਮ ਕੀਤੀਆਂ। ਉਹ ਧਰਮਸ਼ਾਲਾ ਦਾ ਕੰਮ ਸੀ ਕਿ ਸੰਗਤਾਂ ਨੇ ਇਕੱਠੀਆਂ ਹੋ ਕੇ ਜਾਇਆ ਕਰਨਾ, ਉਸ ਧਰਮਸ਼ਾਲਾ ਦੇ ਵਿੱਚ ਬੈਠ ਕੇ ਗੁਰਬਾਣੀ ਦਾ ਕੀਰਤਨ ਬੋਲਿਆ ਕਰਨਾ ਜੋਟਿਆਂ ਦੇ ਵਿੱਚ, ਜਿਵੇਂ ਸ਼ਬਦ ਪੜ੍ਹਿਆ। ਫਿਰ ਕਿਸੇ ਨੇ ਸੰਗਤ ਵਿੱਚ ਜਿਹਨੂੰ ਸ਼ਬਦ ਦੇ ਅਰਥ ਪਤਾ ਹੋਇਆ ਕਰਨੇ ਉਹਨੇ ਵਿਆਖਿਆ ਕਰੀ। ਮਾਤਾ ਜਿਉਣੀ ਜੀ ਨੇ, ਭਾਈ ਭਗਤੂ ਜੀ ਨੇ ਬਾਬਾ ਦੀਪੇ ਨੂੰ ਲੈ ਕੇ ਨਾ, ਭਾਈ ਦੀਪੇ ਨੂੰ ਲੈ ਕੇ ਧਰਮਸ਼ਾਲਾ ਦੇ ਵਿੱਚ ਜਾਇਆ ਕਰਨਾ। ਤੇ ਧਰਮਸ਼ਾਲਾ ਦੇ ਅੰਦਰ ਰਹਿੰਦਿਆਂ ਹੋਇਆਂ ਗੁਰਬਾਣੀ ਦੀ ਸਿੱਖਿਆ ਇਸ ਤਰ੍ਹਾਂ ਮੰਨ ਲਓ ਕਿ ਬਾਬੇ ਭਾਈ ਦੀਪੇ ਦੇ ਜਿਹੜਾ ਸੀ ਖੂਨ ਵਿੱਚ ਰਚ ਗਈ। ਇਹਨਾਂ ਗੁਰਬਾਣੀ ਦਾ ਚਿਟਕ ਜਿਹੜੇ ਸੀ ਲੱਗ ਗਈ। ਫਿਰ ਗੁਰਬਾਣੀ ਦਾ ਜਿੱਥੇ ਉਹਨਾਂ ਨੂੰ ਭਾਈ ਦੀਪੇ ਨੂੰ ਉਹਨਾਂ ਨੇ ਗੁਰਬਾਣੀ ਦੀ ਸਿੱਖਿਆ ਦਿੱਤੀ, ਭਾਈ ਭਗਤੂ ਜੀ ਨੇ ਨਾਲ ਨਾਲ ਸ਼ਸਤਰ ਦੀ ਵਿੱਦਿਆ ਵੀ ਦੇਣੀ ਸ਼ੁਰੂ ਕੀਤੀ। ਕੁਝ ਸਮਾਂ ਬਤੀਤ ਹੋਇਆ। ਸਮਾਂ ਬਤੀਤ ਹੋਣ ਤੋਂ ਬਾਅਦ 1699 ਨੂੰ ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਨੇ ਸਿੱਖ ਸੰਗਤਾਂ ਨੂੰ ਹੁਕਮਨਾਮੇ ਭੇਜੇ ਕਿ ਐਤਕੀ ਅਨੰਦਪੁਰ ਸਾਹਿਬ ਦੀ ਧਰਤੀ ਦੇ ਉੱਤੇ ਇੱਕ ਵੱਡਾ ਇਕੱਠ ਹੋਏਗਾ। ਸਾਰੀਆਂ ਸੰਗਤਾਂ ਨੂੰ ਬੇਨਤੀ ਹੈ ਕਿ ਇਕੱਠੇ ਹੋ ਕੇ ਅਨੰਦਪੁਰ ਸਾਹਿਬ ਵਿਖੇ ਪਹੁੰਚਣ ਦੀ ਕਿਰਪਾਲਤਾ ਕਰੋ। ਫਿਰ ਭਾਈ ਦੀਪੇ ਨੂੰ ਨਾਲ ਲੈ ਕੇ ਮਾਤਾ ਜਿਉਣੀ ਅਤੇ ਭਾਈ ਭਗਤੂ ਜਿਹੜੇ ਹਨ ਅਨੰਦਪੁਰ ਸਾਹਿਬ ਧਰਤੀ ਦੇ ਉੱਤੇ ਪਹੁੰਚੇ।
ਫਿਰ ਉੱਥੋਂ ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਦੇ ਕੋਲੋਂ ਅੰਮ੍ਰਿਤ ਦੀ ਦਾਤ ਲੈ ਕੇ ਉਹ ਭਾਈ ਦੀਪਾ ਜਿਹੜਾ ਹੈ ਭਾਈ ਦੀਪ ਸਿੰਘ ਬਣੇ। ਭਾਈ ਭਗਤੂ ਜੀ ਜਿਹੜੇ ਹਨ ਭਾਈ ਭਗਤ ਸਿੰਘ ਬਣੇ। ਮਾਤਾ ਜਿਉਣੀ ਜਿਹੜੀ ਹੈ ਮਾਤਾ ਜੀਵਨ ਕੌਰ ਬਣੀ। ਤੇ ਜਦੋਂ ਉੱਥੇ ਕੁਝ ਕੁ ਦਿਨ 1699 ਨੂੰ ਜਾ ਕੇ ਕੁਝ ਕੁ ਦਿਨ ਰਹੇ ਤੇ ਭਾਈ ਦੀਪ ਸਿੰਘ ਆਖਣ ਲੱਗੇ, ਆਪਣੇ ਮਾਤਾ ਪਿਤਾ ਨੂੰ ਕਹਿਣ ਲੱਗੇ, ਮੈਂ ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਦੇ ਕੋਲ ਰਹਿਣਾ ਚਾਹੁੰਦਾ ਹਾਂ, ਮੈਂ ਕੁਝ ਸਮਾਂ ਜਿਹੜਾ ਇੱਥੇ ਰਹਿਣਾ ਚਾਹੁੰਦਾ ਹਾਂ। ਮਾਤਾ ਪਿਤਾ ਨੇ ਜਾ ਕੇ ਬੇਨਤੀ ਕੀਤੀ ਗੁਰੂ ਕਲਗੀਧਰ ਪਾਤਸ਼ਾਹ ਦੇ ਚਰਨਾਂ ਦੇ ਅੰਦਰ। ਤੇ ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਕਹਿਣ ਲੱਗੇ, ਜੇ ਦੀਪਾ ਰਹਿਣਾ ਚਾਹੁੰਦਾ ਹੈ, ਦੀਪ ਸਿੰਘ ਰਹਿਣਾ ਚਾਹੁੰਦਾ, ਅਸੀਂ ਰੱਖਣ ਵਾਸਤੇ ਤਿਆਰ ਹਾਂ। 1699 ਨੂੰ ਮਾਤਾ ਜੀਵਨ ਕੌਰ ਭਾਈ ਭਗਤੂ ਜੀ ਜਿਹੜੇ ਹਨ ਭਗਤ ਸਿੰਘ ਛੱਡ ਕੇ ਬਾਬਾ ਦੀਪ ਸਿੰਘ ਨੂੰ ਅਨੰਦਪੁਰ ਸਾਹਿਬ ਧਰਤੀ ਛੱਡ ਕੇ ਆਪਣੇ ਪਿੰਡ ਵਾਪਸ ਪਹੂਵਿੰਡ ਵਿਖੇ ਆ ਗਏ। ਹੁਣ ਇੱਥੇ ਤਕਰੀਬਨ 4 ਸਾਲ ਰਹੇ। ਇਹ 4 ਸਾਲ ਦੇ ਅੰਦਰ ਰਹਿੰਦਿਆਂ ਹੋਇਆਂ ਉਹਨਾਂ ਨੇ ਅਰਬੀ, ਫਾਰਸੀ, ਸੰਸਕ੍ਰਿਤੀ ਅਤੇ ਗੁਰਮੁਖੀ ਦੀ ਸਿੱਖਿਆ ਜਿਹੜੀ ਹੈ ਇੱਥੋਂ ਪ੍ਰਾਪਤ ਕੀਤੀ। ਇੱਥੋਂ ਸਿੱਖਿਆ ਪ੍ਰਾਪਤ ਕਰਕੇ ਸ਼ਸਤਰ ਵਿਦਿਆ ਨੂੰ ਥੋੜਾ ਥੋੜਾ ਜਾਣਦੇ ਸਨ। ਪਰ ਹੁਣ ਅਨੰਦਪੁਰ ਸਾਹਿਬ ਦੇ ਵਿੱਚ ਰਹਿੰਦਿਆਂ ਹੋਇਆਂ ਭਾਈ ਦੀਪ ਸਿੰਘ ਨੇ ਜਿਹੜੀ ਸ਼ਸਤਰ ਵਿਦਿਆ ਵਿੱਚ ਨਿਪੁੰਨਤਾ ਹਾਸਲ ਕੀਤੀ। ਜੇਕਰ ਅਨੰਦਪੁਰ ਸਾਹਿਬ ਦੀਆਂ 6 ਲੜਾਈਆਂ ਹੋਈਆਂ, ਉਹਨਾਂ 6 ਲੜਾਈਆਂ ਵਿੱਚ ਭਾਈ ਦੀਪ ਸਿੰਘ ਜਿਹੜੇ ਸਨ ਲੜੇ। ਇਹ ਨਹੀਂ ਕਿ ਇੱਕਦਮ ਜਿਹੜਾ ਹੈ ਅੰਮ੍ਰਿਤਸਰ ਨੂੰ ਜਦੋਂ ਬੇਅਦਬੀ ਹੋਈ ਤੇ ਭਾਈ ਬਾਬਾ ਦੀਪ ਸਿੰਘ ਨੂੰ ਖੰਡਾ ਚੱਕ ਲਿਆ, ਨਾ। ਬਾਬਾ ਅਜੀਤ ਸਿੰਘ ਨੂੰ ਜਿਹੜਾ ਹੈ ਆਪਣੇ ਅੱਖੀ ਲੜਦਿਆਂ ਦੇਖਿਆ ਹੈ ਭਾਈ ਦੀਪ ਸਿੰਘ ਨੇ। ਅਨੰਦਪੁਰ ਸਾਹਿਬ ਦੀਆਂ 6 ਲੜਾਈਆਂ ਹੋਈਆਂ, ਉਹਨਾਂ 6 ਲੜਾਈਆਂ ਵਿੱਚ ਬਾਬਾ ਦੀਪ ਸਿੰਘ ਨੇ ਪੁੱਜ ਕੇ ਹਿੱਸਾ ਲਿਆ। ਇੱਥੇ ਰਹਿੰਦਿਆਂ ਹੋਇਆਂ ਭਾਈ ਦੀਪ ਸਿੰਘ ਨੇ ਜਿਹੜੀ ਹੈ ਸ਼ਸਤਰ ਵਿਦਿਆ ਵਿੱਚ ਨਿਪੁੰਨਤਾ ਹਾਸਲ ਕੀਤੀ। ਫਿਰ ਇੱਥੇ ਰਹਿੰਦਿਆਂ ਹੋਇਆਂ ਭਾਈ ਦੀਪ ਸਿੰਘ ਦੀ ਮੁਲਾਕਾਤ ਜਿਹੜੀ ਹੈ ਭਾਈ ਮਣੀ ਸਿੰਘ ਦੇ ਨਾਲ ਹੁੰਦੀ ਹੈ। ਤੇ ਜਿਹੜੇ ਬੀੜਾਂ ਦੇ ਉਤਾਰੇ ਹੋਏ ਇੱਥੇ ਰਹਿੰਦਿਆਂ ਹੋਇਆਂ, ਜਿਹੜੀ ਆਪਾਂ ਹੁਣ ਕਾਪੀ ਪੇਸਟ ਦਾ ਕੰਮ ਚੱਲ ਗਿਆ ਨਾ, ਕਿ ਫੋਟੋ ਸਟੇਟ ਮਸ਼ੀਨ 'ਚ ਪੇਜ ਪਾਏ ਤੇ ਉਹਨੇ ਕਾਪੀ ਕਰ ਦਿੱਤਾ। ਪਹਿਲਾਂ ਏਦਾਂ ਹੁੰਦਾ ਸੀ ਕਿ ਪੋਥੀਆਂ ਤਿਆਰ ਹੋਣੀਆਂ, ਉਹਨਾਂ ਪੋਥੀਆਂ ਦੇ ਉਤਾਰੇ ਕਰਾਇਆ ਕਰਨੇ। ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਨੇ, 5ਵੇਂ ਪਾਤਸ਼ਾਹ ਨੇ ਉਹ ਸਿੱਖਾਂ ਦੀ ਡਿਊਟੀ ਲਾਇਆ ਕਰਨੀ। ਇੱਕ ਦਿਨ ਕਹਿੰਦੇ ਸੀ ਉਹ ਪੋਥੀਆਂ ਦੇ ਉਤਾਰੇ ਹੋ ਰਹੇ ਤੇ ਭਾਈ ਦੀਪ ਸਿੰਘ ਜਿਹੜਾ ਸਨ ਉਹ ਸਿੱਖਿਆ ਪ੍ਰਾਪਤ ਕਰਦੇ ਸਨ ਅਰਬੀ, ਫਾਰਸੀ, ਉਰਦੂ, ਸੰਸਕ੍ਰਿਤ, ਗੁਰਮੁਖੀ ਦੀ। ਤੇ ਕੁਝ ਗੁਰਸਿੱਖ ਆਏ, ਉਹਨਾਂ ਨੇ ਕਿਹਾ ਕਿ ਕੁਝ ਉਤਾਰੇ ਕਰਨੇ ਨੇ ਪੋਥੀਆਂ ਦੇ। ਭਾਈ ਦੀਪ ਸਿੰਘ ਨੂੰ ਕਿਹਾ ਕਿ ਤੁਸੀਂ ਆਹ ਪੋਥੀਆਂ ਦੇ ਉਤਾਰੇ ਕਰਨੇ ਨੇ। ਉਹਨਾਂ ਨੇ ਉਤਾਰੇ ਕੀਤੇ, ਪਰ ਅੱਖਰਾਂ ਨੂੰ ਜਿਹੜਾ ਹੈ ਉਹ ਬੜੇ ਸੋਹਣੇ ਢੰਗ ਨਾਲ ਲਿਖਿਆ, ਜੋ ਕਹਿੰਦੇ ਮੋਤੀਆਂ ਨੂੰ ਪਰੋ ਦੇਣਾ। ਜਦੋਂ ਉਹਨਾਂ ਨੇ ਪੋਥੀ ਇੱਕ ਅੱਧੀ ਦੇ ਉਤਾਰੇ ਕੀਤੇ, ਉਹ ਗੁਰਸਿੱਖ ਬੜਾ ਖੁਸ਼ ਹੋਇਆ। ਉਹ ਜਦੋਂ ਖੁਸ਼ ਹੋਇਆ, ਉਹ ਪੋਥੀ ਲੈ ਕੇ ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਦੇ ਕੋਲ ਪਹੁੰਚਿਆ। ਕਹਿੰਦਾ, ਪਾਤਸ਼ਾਹ ਆਹ ਦੇਖੋ ਕਿੰਨੇ ਸੋਹਣੇ ਅੱਖਰਾਂ ਦੇ ਨਾਲ ਜਿਹੜਾ ਹੈ ਇਹ ਉਤਾਰੇ ਕੀਤੇ ਨੇ। ਕਹਿੰਦੇ ਕੀਤੇ ਕਿਹਨੇ ਨੇ? ਕਹਿੰਦੇ ਜਿਹੜੇ 1699 ਵਿੱਚ ਭਾਈ ਦੀਪ ਸਿੰਘ ਬਣੇ ਸਨ, ਉਹਨਾਂ ਨੇ ਆਪਣੇ ਹੱਥਾਂ ਦੇ ਨਾਲ ਇਹ ਉਤਾਰੇ ਕੀਤੇ ਨੇ। ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਬੜੇ ਖੁਸ਼ ਹੋਏ। ਸਮਾਂ ਆਉਂਦਾ ਹੈ 1703 ਈਸਵੀ ਦਾ। ਮਾਤਾ ਜੀਵਨ ਕੌਰ, ਭਾਈ ਭਗਤ ਸਿੰਘ ਜਿਹੜੇ ਹਨ ਦੁਬਾਰਾ ਅਨੰਦਪੁਰ ਸਾਹਿਬ ਧਰਤੀ ਦੇ ਉੱਤੇ ਆਉਂਦੇ ਨੇ। ਜਦੋਂ ਵਾਪਸ ਆਏ, ਆ ਕੇ ਬੇਨਤੀ ਕਰਦੇ ਨੇ, ਕਹਿੰਦੇ ਪਾਤਸ਼ਾਹ ਅਸੀਂ ਹੁਣ ਦੀਪ ਸਿੰਘ ਨੂੰ ਜਿਹੜਾ ਹੈ ਲੈਣ ਵਾਸਤੇ ਆਏ ਹਾਂ, ਤੇਰੇ ਅੱਗੇ ਬੇਨਤੀ ਕਰਦੇ ਹਾਂ, ਸਾਨੂੰ ਲੈ ਕੇ ਜਾਣ ਦੀ ਜਿਹੜੀ ਹੈ ਉਹ ਆਗਿਆ ਦਿਓ। ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਨੇ ਭਾਈ ਦੀਪ ਸਿੰਘ ਨੂੰ ਜਿਹੜਾ ਹੈ ਉੱਥੋਂ ਰਵਾਨਾ ਕੀਤਾ ਤੇ ਨਾਲ ਇਹ ਹੁਕਮ ਕਰਕੇ ਭੇਜਿਆ ਕਿ ਜਿਸ ਇਲਾਕੇ ਵਿੱਚ ਰਹੋਗੇ ਉਸ ਇਲਾਕੇ ਦੇ ਅੰਦਰ ਰਹਿੰਦਿਆਂ ਹੋਇਆਂ ਸੰਗਤਾਂ ਨੂੰ ਨਾਲ ਜੋੜਨਾ, ਸਿੱਖੀ ਦਾ ਪ੍ਰਚਾਰ ਕਰਨਾ ਹੈ। ਹਾਂ, ਜਿੱਦਣ ਗੁਰੂ ਘਰ ਨੂੰ ਤੁਹਾਡੀ ਲੋੜ ਪਈ, ਤੁਹਾਨੂੰ ਅਸੀਂ ਹੁਕਮ ਭੇਜਾਂਗੇ, ਤੁਸੀਂ ਜ਼ਰੂਰ ਵਾਪਸ ਆਇਓ। ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਦੇ ਕੋਲੋਂ ਬਾਬਾ ਦੀਪ ਸਿੰਘ ਜਿਹੜੇ ਹਨ ਉਹ ਆਗਿਆ ਲੈ ਕੇ ਵਾਪਸ ਆਪਣੇ ਪਿੰਡ ਪਹੂਵਿੰਡ ਵਿਖੇ ਆ ਜਾਂਦੇ ਨੇ। ਇਧਰ 1704 ਦੇ ਵਿੱਚ ਅਨੰਦਪੁਰ ਸਾਹਿਬ ਨੂੰ ਕਿਲੇ ਨੂੰ ਘੇਰਾ ਪੈਂਦਾ ਹੈ। ਘੇਰਾ ਪੈਣ ਤੋਂ ਬਾਅਦ ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਅਨੰਦਪੁਰ ਸਾਹਿਬ ਦਾ ਕਿਲਾ ਛੱਡਦੇ ਨੇ। ਸਰਸਾ ਦਾ ਯੁੱਧ ਹੋਇਆ, ਚਮਕੌਰ ਸਾਹਿਬ ਦਾ ਸਮਾਂ ਆਇਆ, ਵੱਡੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਹੋਈ। ਵੱਡੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਹੋਣ ਤੋਂ ਬਾਅਦ ਗੁਰੂ ਕਲਗੀਧਰ ਪਾਤਸ਼ਾਹ ਮੁਕਤਸਰ ਸਾਹਿਬ ਗਏ। ਮੁਕਤਸਰ ਦੀ ਜੰਗ ਹੋਈ ਤੇ ਸਾਰੇ ਸਿਲਸਿਲੇ ਤੋਂ ਬਾਅਦ ਜਦੋਂ ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਦਮਦਮਾ ਸਾਹਿਬ ਦੀ ਧਰਤੀ ਦੇ ਉੱਤੇ ਪਹੁੰਚਦੇ ਨੇ, ਉੱਥੇ ਜਾ ਕੇ ਜਦੋਂ ਪਹੁੰਚੇ ਤੇ ਬਾਅਦ ਵਿੱਚ ਇੱਕ ਗੁਰਸਿੱਖ ਨੂੰ
ਸੁਨੇਹਾ ਦੇ ਕੇ ਭੇਜਿਆ ਗਿਆ ਪਾਹੂਵਿੰਡ ਦੀ ਧਰਤੀ ਦੇ ਉੱਤੇ ਕਿ ਜਾਓ ਬਾਬਾ ਦੀਪ ਸਿੰਘ ਨੂੰ ਜਿਹੜਾ ਹੈ ਉੱਥੋਂ ਲੈ ਕੇ ਆਓ, ਆਖਿਓ ਤੁਹਾਨੂੰ ਅਨੰਦਪੁਰ ਸਾਹਿਬ ਵਾਲੇ ਗੁਰੂ ਗੋਬਿੰਦ ਸਿੰਘ ਨੇ ਜਿਹੜਾ ਹੈ ਤੁਹਾਨੂੰ ਬੁਲਾਇਆ ਹੈ। ਪਾਹੂਵਿੰਡ ਵਿਖੇ ਉਹ ਗੁਰਸਿੱਖ ਹੁੰਦਾ ਹੈ। ਜਦੋਂ ਗੁਰਸਿੱਖ ਉਸ ਧਰਤੀ ਦੇ ਉੱਤੇ ਪਹੁੰਚਿਆ ਤੇ ਜਾ ਕੇ ਬੇਨਤੀ ਕੀਤੀ, ਤੁਹਾਨੂੰ ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਨੇ ਦਮਦਮਾ ਸਾਹਿਬ ਧਰਤੀ ਦੇ ਉੱਤੇ ਬੁਲਾਇਆ ਹੈ। ਬੜਾ ਖੁਸ਼ ਹੋਏ। ਉਸ ਗੁਰਸਿੱਖ ਦੀ ਜਿਹੜੀ ਹੈ ਉਹਨਾਂ ਨੇ ਆਓ ਭਗਤ ਕੀਤੀ, ਸੇਵਾ ਪਾਣੀ, ਜਲ ਪਾਣੀ ਛਕਾਇਆ ਤੇ ਕੁਝ ਦਿਨਾਂ ਦੇ ਬਾਅਦ ਉਹ ਦਮਦਮਾ ਸਾਹਿਬ ਧਰਤੀ ਉੱਤੇ ਜਾ ਕੇ ਪਹੁੰਚਦੇ ਨੇ। ਤੇ ਇੱਥੇ ਹੁਣ ਗੁਰੂ ਗੋਬਿੰਦ ਸਿੰਘ ਮਹਾਰਾਜ ਪਾਤਸ਼ਾਹ ਨੇ ਬੀੜਾਂ ਦੇ ਉਤਾਰੇ ਕਰਵਾਏ ਦਮਦਮਾ ਸਾਹਿਬ ਧਰਤੀ ਦੇ ਉੱਤੇ। ਇਸੇ ਧਰਤੀ ਦੇ ਉੱਤੇ ਰਹਿ ਕੇ ਜੋ ਪਹਿਲਾ ਪੰਜਵੇਂ ਪਾਤਸ਼ਾਹ ਤੱਕ ਦਾ ਸਰੂਪ ਸੀ ਨਾ, ਜੋ ਹਰਿਮੰਦਰ ਸਾਹਿਬ ਧਰਤੀ ਦੇ ਉੱਤੇ ਪ੍ਰਕਾਸ਼ ਹੋਇਆ 1604 ਵਿੱਚ, ਉਸ ਸਰੂਪ ਦੇ ਵਿੱਚ ਨੌਵੇਂ ਪਾਤਸ਼ਾਹ ਦੀ ਬਾਣੀ ਜਿਹੜੀ ਸੀ ਉਹ ਦਰਜ ਨਹੀਂ ਸੀ ਹੈਗੀ। ਕੇਵਲ ਪੰਜਵੇਂ ਪਾਤਸ਼ਾਹ ਤੱਕ ਦੀ ਬਾਣੀ ਦਰਜ ਸੀ। ਨੌਵੇਂ ਪਾਤਸ਼ਾਹ ਦੀ ਸ਼ਹੀਦੀ ਹੁੰਦੀ ਹੈ ਤੇ ਨੌਵੇਂ ਪਾਤਸ਼ਾਹ ਨੇ ਆਪਣੇ ਜਿੰਨੀ ਗੁਰਬਾਣੀ ਲਿਖੀ ਹੁੰਦੀ ਹੈ, ਹੁਣ ਇੱਕ ਗੱਲ ਨੋਟ ਕਰਿਓ, ਇਤਿਹਾਸ ਦੀ ਕਥਾ ਸੁਣਨ ਵਾਸਤੇ ਆਏ, ਕੁਝ ਨਾ ਕੁਝ ਆਪਣੇ ਪੱਲੇ ਨਾਲ ਜ਼ਰੂਰ ਬੰਨ ਕੇ ਲੈ ਕੇ ਜਾਇਓ। ਅਸੀਂ ਰੁਮਾਲੇ ਬੜੇ ਚੜਾਏ, ਅਸੀਂ ਚੌਰ ਸਾਹਿਬ ਬੜੇ ਚੜਾਏ, ਅਸੀਂ ਮੱਥੇ ਬੜੇ ਟੇਕੇ, ਪਰ ਸਾਨੂੰ ਪਤਾ ਹੈ ਕਿ ਇਸ ਗੁਰੂ ਗ੍ਰੰਥ ਸਾਹਿਬ ਮਹਾਰਾਜ ਪਾਤਸ਼ਾਹ ਦੇ ਅੰਦਰ ਕਿੰਨੇ ਗੁਰੂਆਂ ਦੀ ਬਾਣੀ ਹੈ। ਸਾਨੂੰ ਪਤਾ ਹੈ ਗੁਰੂ ਗ੍ਰੰਥ ਸਾਹਿਬ ਮਹਾਰਾਜ ਸਰੂਪ ਦੇ ਅੰਦਰ ਕਿੰਨੇ ਭਗਤਾਂ ਦੀ ਬਾਣੀ ਹੈ। ਸਾਨੂੰ ਪਤਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਪਾਤਸ਼ਾਹ ਦੇ ਸਰੂਪ ਦੇ ਅੰਦਰ ਕਿੰਨੇ ਭੱਟਾਂ ਦੀ ਬਾਣੀ ਹੈ। ਗੁਰੂ ਸਾਹਿਬ ਦੇ ਅੰਦਰ ਕਿੰਨੇ ਗੁਰਸਿੱਖਾਂ ਦੀ ਬਾਣੀ ਹੈ, ਸਾਨੂੰ ਨਹੀਂ ਪਤਾ। ਇੱਕ ਮੈਂ ਬੇਨਤੀ ਕਰਦਾ, ਆਪਣੇ ਕਥਾ ਵਿੱਚ ਰੋਕ ਰਿਹਾ। ਪ੍ਰੋਫੈਸਰ ਸਰਬਜੀਤ ਸਿੰਘ ਜੀ ਧੁੰਦਾ ਕਥਾ ਕਰਨ ਵਾਸਤੇ ਕੁਰੂਕਸ਼ੇਤਰ ਗਏ। ਮੈਂ ਸਵੇਰੇ ਵੀ ਗੱਲ ਕਰ ਰਿਹਾ ਸੀ ਘਰ। 60 ਸਾਲ ਦਾ ਇੱਕ ਬਜ਼ੁਰਗ ਆ ਕੇ ਕਹਿੰਦਾ ਗਿਆਨੀ ਜੀ ਹੁਣ ਆਏ ਹੋ, ਸਾਨੂੰ ਸਾਹਿਬਜ਼ਾਦਿਆਂ ਦਾ ਇਤਿਹਾਸ ਸੁਣਾ ਕੇ ਜਾਇਓ। ਕਹਿੰਦਾ ਬਾਪੂ ਉਮਰ ਕਿੰਨੀ ਹੈ? ਕਹਿੰਦਾ ਉਮਰ ਮੇਰੀ 60 ਸਾਲ ਹੋ ਗਈ। ਤੇ ਕਹਿੰਦਾ ਹੁਣ ਤੱਕ ਕੀ ਕਰਦਾ ਰਿਹਾ ਹੈ? ਫਿਰ ਜੇ 60 ਸਾਲ ਦੀ ਉਮਰ ਹੋ ਗਈ ਤੇ ਹੁਣ ਤੱਕ ਅਸੀਂ ਇਤਿਹਾਸ ਪੰਜਾਬੀ ਪੜ੍ਹਨ ਵਾਲੇ ਆ ਯਾਰ। ਮੈਂ ਹਿਮਾਚਲ ਦੇ ਵਿੱਚ ਰਹਿ ਰਿਹਾ ਹੈ, ਉਹ ਬੰਦਿਆਂ ਨੂੰ ਪੰਜਾਬੀ ਬਿਲਕੁਲ ਨਹੀਂ ਪੜ੍ਹਨੀ ਆਉਂਦੀ। ਉਹਨਾਂ ਨੂੰ ਉਹ ਬੱਚਿਆਂ ਦੀਆਂ ਕਲਾਸਾਂ ਲਾ ਰਿਹਾ ਮੈਂ ਸਕੂਲ ਗੁਰਦੁਆਰਾ ਸਾਹਿਬ ਦੇ ਪੰਜਾਬੀ ਦੀਆਂ, 8ਵੀਂ ਕਲਾਸ 'ਚ ਜਾ ਕੇ ਪੰਜਾਬੀ ਲੱਗਦੀ ਹੈ ਉਹਨਾਂ ਨੂੰ। ਪਰ ਉਹਨਾਂ ਨੇ ਅੰਦਰ ਕਿੰਨੀ ਸਿੱਖਣ ਦੀ ਚਿਟਕ ਹੈ। ਉਹ ਕਿਤਾਬਾਂ ਪੜ੍ਹਨੀਆਂ, ਕਹਿੰਦੇ ਸਾਨੂੰ ਕਿਤਾਬਾਂ ਲੈ ਕੇ ਦਿਓ, ਇਤਿਹਾਸ ਨੂੰ ਪੜ੍ਹਨਾ ਚਾਹੁੰਦੇ ਹਾਂ। ਹੁਣ 100 ਬੱਚਿਆਂ ਦਾ ਕੰਪੀਟੀਸ਼ਨ ਕਰਾਇਆ ਉੱਥੇ ਧਾਰਮਿਕ ਗੁਰੂ ਤੇਗ ਬਹਾਦਰ ਪਾਤਸ਼ਾਹ ਦੀ ਕਿਤਾਬ ਦੇ ਵਿੱਚੋਂ 11-12 ਸਹਿਜ ਪਾਠ ਉਹ ਹਿੰਦੀ ਦੇ ਵਿੱਚ ਕਰ ਰਹੇ ਨੇ ਹਿਮਾਚਲ ਵਾਲੇ। ਅਸੀਂ ਕਿੱਥੇ ਖੜੇ ਹਾਂ? ਕਹਿੰਦੇ 60 ਸਾਲ ਦੀ ਉਮਰ ਹੋ ਗਈ, ਹੁਣ ਤੱਕ ਇਤਿਹਾਸ ਸਾਹਿਬਜ਼ਾਦਿਆਂ ਨੇ ਸੁਣਿਆ ਹੀ ਨਹੀਂ। ਕੋਈ ਪਤਾ ਨਹੀਂ ਕਦੋਂ ਜ਼ਿੰਦਗੀ ਤੇਰੀ ਨੇ ਪਟਾਕਾ ਮਾਰ ਕੇ ਚਲੇ ਜਾਣਾ। ਤੇ ਅੱਜ ਸਾਨੂੰ ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਅੱਜ ਮਰ ਜਾਈਏ, ਅੱਜ ਦੁਨੀਆ ਤੋਂ ਚਲੇ ਜਾਈਏ, ਤੇ ਮੰਨ ਲਓ ਗੁਰੂ ਗੋਬਿੰਦ ਸਿੰਘ ਮਹਾਰਾਜ ਪਾਤਸ਼ਾਹ ਸਾਨੂੰ ਕਹਿ ਕੇ ਜਾਣ ਤੈਨੂੰ ਸਰੂਪ ਦੇ ਕੇ ਗਿਆ ਸੀ ਮੈਂ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦਾ, ਦੱਸ ਆਪਣਾ ਇੱਕ ਸਹਿਜ ਪਾਠ ਕੀਤਾ ਕਿ ਨਹੀਂ ਕੀਤਾ? ਤੇ ਹੱਥ ਜੋੜ ਕਹੀਏ, ਨਿਆਣੇ ਸਕੂਲ ਜਾਂਦੇ ਸੀ, ਬੱਸ ਦਾ ਟਾਈਮ ਹੋ ਜਾਂਦਾ ਸੀ, ਰੋਟੀ ਪਕਾ ਕੇ ਦਿੰਦੇ ਸੀ, ਖੇਤਾਂ ਦਾ ਬੜਾ ਕੰਮ ਸੀ, ਅਸੀਂ ਕੁਝੀਆਂ ਬਹਾਨੇ ਪਾ ਕਹੀਏ ਸਾਡੇ ਕੋਲ ਸਹਿਜ ਪਾਠ ਨਹੀਂ ਹੋਇਆ। ਹੱਦ ਹੈ, ਅਸੀਂ ਕਿੱਥੇ ਖੜੇ ਹਾਂ? ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਨੇ ਸਾਬੋ ਕੀ ਤਲਵੰਡੀ ਦਮਦਮਾ ਸਾਹਿਬ ਵਿਖੇ ਭਾਈ ਦੀਪ ਸਿੰਘ ਨੂੰ ਸੁਨੇਹਾ ਭੇਜਿਆ ਕਿ ਆਓ, ਜੋ ਬਾਣੀ ਪੰਜਵੇਂ ਪਾਤਸ਼ਾਹ ਤੱਕ ਸਾਡੇ ਕੋਲ ਪਈ ਹੈ, ਇਸ ਬਾਣੀ ਦੇ ਵਿੱਚ ਅਸੀਂ ਨੌਵੇਂ ਪਾਤਸ਼ਾਹ ਦੀ ਬਾਣੀ ਦਰਜ ਕਰਕੇ ਹੁਣ ਇੱਕ ਸਰੂਪ ਤਿਆਰ ਕਰਾਂਗੇ ਜੋ ਸਿੱਖ ਸੰਗਤ ਦੀ ਝੋਲੀ ਦੇ ਵਿੱਚ ਪਾਵਾਂਗੇ। ਤੇ ਉੱਥੇ ਰਹਿੰਦਿਆਂ ਹੋਇਆ 57 ਸ਼ਲੋਕ ਯਾਦ ਰੱਖਿਓ। ਸੰਗਤ ਨੂੰ ਬੇਨਤੀ ਹੈ, ਇਕਾਗਰਤਾ ਦਿਓ। ਅਨੰਦਪੁਰ ਸਾਹਿਬ ਧਰਤੀ ਦੇ ਉੱਤੇ ਰਹਿ ਕੇ ਦਮਦਮਾ ਸਾਹਿਬ ਧਰਤੀ ਦੇ ਉੱਤੇ 57 ਸ਼ਲੋਕ 59 ਸ਼ਬਦ ਨੌਵੇਂ ਪਾਤਸ਼ਾਹ ਦੀ ਬਾਣੀ ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਨੇ ਬਾਣੀ ਦਰਜ ਕਰਵਾਈ। 116 ਸ਼ਬਦ। ਹੁਣ ਸਾਨੂੰ ਇਹ ਗੱਲ ਕਦੇ ਭੁੱਲਣੀ ਨਹੀਂ ਚਾਹੀਦੀ ਕਿ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦੀ ਬਾਣੀ ਦੇ ਵਿੱਚ ਨੌਵੇਂ ਪਾਤਸ਼ਾਹ ਦੇ 116 ਸ਼ਬਦ ਦਰਜ ਹਨ। ਇੱਕ ਕੁਐਸਚਨ ਹੋਰ ਯਾਦ ਕਰਿਓ,
ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦੇ ਅੰਦਰ ਕਿੰਨੇ ਹੀਰੇ ਦਰਜ ਨੇ, ਕਿੰਨੇ ਮੋਤੀ ਦਰਜ ਨੇ, ਕਿੰਨੇ ਸ਼ਬਦ ਦਰਜ ਨੇ। 5867 ਸ਼ਬਦ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦੇ ਅੰਦਰ ਦਰਜ ਨੇ। ਇਹ ਸਾਨੂੰ ਕਦੇ ਭੁੱਲਣੀ ਨਹੀਂ ਚਾਹੀਦੀ। 5867 ਸ਼ਬਦ ਦਰਜ ਕਰਕੇ ਤੇ ਭਾਈ ਮਣੀ ਸਿੰਘ ਦੀ ਡਿਊਟੀ ਲਗਾਈ ਕਿ ਇਸ ਬੀੜ ਦੇ ਉਤਾਰੇ ਕਰਨੇ ਨੇ, ਤੇ ਨਾਲ ਸਹਾਇਕ ਲਿਖਾਰੀ ਭਾਈ ਦੀਪ ਸਿੰਘ ਨੂੰ, ਬਾਬਾ ਦੀਪ ਸਿੰਘ ਨੂੰ ਥਾਪਿਆ, ਸਰੂਪ ਤਿਆਰ ਕੀਤੇ। ਇੱਥੋਂ ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ 1704 ਦੇ ਵਿੱਚ ਜਿਹੜੀ ਹੈ 1705 ਦੇ ਵਿੱਚ ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਦਮਦਮਾ ਸਾਹਿਬ ਤੋਂ ਜਿਹੜੇ ਹਨ ਵਾਪਸ ਨੰਦੇੜ ਨੂੰ ਚਲੇ ਗਏ। ਜਦੋਂ ਨੰਦੇੜ ਨੂੰ ਗਏ ਤੇ ਬਾਬਾ ਦੀਪ ਸਿੰਘ ਦੀ ਇੱਥੇ ਫਿਰ ਇੱਕ ਡਿਊਟੀ ਲਗਾ ਕੇ ਗਏ, ਇੱਕ ਜ਼ਿੰਮੇਵਾਰੀ ਸੌਂਪ ਕੇ ਗਏ। ਬਾਬਾ ਜੀ, ਭਾਈ ਦੀਪ ਸਿੰਘ ਜੀ ਤੁਹਾਨੂੰ ਬੇਨਤੀ ਕਰਦੇ ਹਾਂ, ਅਸੀਂ ਨੰਦੇੜ ਵੱਲ ਜਾ ਰਹੇ ਹਾਂ। ਹੁਣ ਤੁਹਾਨੂੰ ਬੇਨਤੀ ਹੈ, ਇਸ ਧਰਤੀ ਦੇ ਉੱਤੇ ਰਹਿੰਦਿਆਂ ਹੋਇਆਂ ਸਿੱਖੀ ਦਾ ਪ੍ਰਚਾਰ ਹੁਣ ਤੁਸੀਂ ਕਰੋਗੇ। ਗੁਰਬਾਣੀ ਦੀਆਂ ਸਰੂਪ ਜਿਹੜੇ ਹਨ ਤਿਆਰ ਕਰਕੇ ਸਿੱਖ ਸੰਗਤਾਂ ਤੱਕ ਤੁਸੀਂ ਪਹੁੰਚਾਓਗੇ। ਇਸ ਧਰਤੀ ਦੇ ਉੱਤੇ ਰਹਿੰਦਿਆਂ ਹੋਇਆਂ, ਦਮਦਮਾ ਸਾਹਿਬ ਧਰਤੀ ਦੇ ਉੱਤੇ ਰਹਿੰਦਿਆਂ ਹੋਇਆਂ 11 ਸਾਲ ਜਿਹੜਾ ਹੈ ਬਾਬਾ ਦੀਪ ਸਿੰਘ ਨੇ 4 ਸਰੂਪ ਜਿਹੜੇ ਹਨ ਉਹ ਲਿਖੇ, 4 ਸਰੂਪਾਂ ਦੇ ਉਤਾਰੇ ਕੀਤੇ। 4 ਸਰੂਪਾਂ ਦੇ ਉਤਾਰੇ ਕਰਕੇ ਉਹਨਾਂ ਨੇ 4 ਤਖਤਾਂ ਦੇ ਉੱਤੇ ਪਹੁੰਚਾਏ। ਤਖਤ ਸ੍ਰੀ ਅਕਾਲ ਤਖਤ ਸਾਹਿਬ ਅੰਮ੍ਰਿਤਸਰ, ਜਿੱਥੋਂ ਖੰਡੇ ਬਾਟੇ ਦੀ ਪਹੁਲ ਲਈ ਸੀ, ਤਖਤ ਸ੍ਰੀ ਕੇਸਗੜ੍ਹ ਸਾਹਿਬ, ਤਖਤ ਸ੍ਰੀ ਹਜੂਰ ਸਾਹਿਬ, ਤੇ ਜਿੱਥੇ ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਦਾ ਪ੍ਰਕਾਸ਼ ਹੋਇਆ, ਜਿੱਥੇ ਜਨਮ ਹੋਇਆ, ਤੇ ਪਟਨਾ ਸਾਹਿਬ ਧਰਤੀ ਦੇ ਉੱਤੇ ਇੱਕ ਸਰੂਪ ਜਿਹੜਾ ਹੈ ਭਾਈ ਦੀਪ ਸਿੰਘ ਨੇ ਜਿਹੜਾ ਹੈ ਉਹ ਤਿਆਰ ਕਰਕੇ ਪਹੁੰਚਾਇਆ। ਤੇ ਆ ਮੈਂ ਇੱਕ ਆਰਟੀਕਲ ਪੜ੍ਹਦਾ ਪਿਆ ਸੀ, ਉਹਨੇ ਜ਼ਿਕਰ ਕੀਤਾ ਉਸ ਆਰਟੀਕਲ ਦੇ ਅੰਦਰ, ਕਹਿੰਦਾ ਬਾਬਾ ਦੀਪ ਸਿੰਘ ਨੇ ਦਮਦਮਾ ਸਾਹਿਬ ਧਰਤੀ ਦੇ ਉੱਤੇ ਰਹਿ ਕੇ ਇੱਕ ਅਰਬੀ ਭਾਸ਼ਾ ਦੇ ਵਿੱਚ ਜਿਹੜਾ ਸਰੂਪ ਦਾ ਉਤਾਰਾ ਕੀਤਾ। ਅੱਜ ਦੀ ਅਰਬ ਕੰਟਰੀ ਵਿੱਚ ਉਹ ਸਰੂਪ ਦਰਜ ਹੈ, ਉਹਨਾਂ ਨੇ ਸਾਂਭ ਕੇ ਰੱਖਿਆ ਹੋਇਆ ਹੈ। ਅਰਬ ਕੰਟਰੀ ਵਿੱਚ ਵੀ ਗੁਰੂ ਨਾਨਕ ਦੇਵ ਮਹਾਰਾਜ ਪਾਤਸ਼ਾਹ ਨੂੰ ਉਹ ਮੁਸਲਮਾਨ ਵੀਰ ਵੀ ਬੜੇ ਸ਼ਰਧਾ ਦੇ ਨਾਲ ਮੰਨਦੇ ਨੇ। ਅਰਬੀ ਭਾਸ਼ਾ ਦੇ ਵਿੱਚ ਸਰੂਪ ਤਿਆਰ ਕਰਕੇ ਭਾਈ ਦੀਪ ਸਿੰਘ ਨੇ ਜਿਹੜਾ ਹੈ ਪਹੁੰਚਾਇਆ। ਫਿਰ ਇਸ ਤੋਂ ਬਾਅਦ ਸਮਾਂ ਗੁਜ਼ਰਿਆ, ਜਦੋਂ 1708 ਦੇ ਵਿੱਚ ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਨੰਦੇੜ ਦੀ ਧਰਤੀ ਦੇ ਉੱਤੇ ਪਹੁੰਚਦੇ ਨੇ। ਉੱਥੇ ਪਹੁੰਚ ਕੇ ਇੱਕ ਜਰਨੈਲ ਥਾਪ ਕੇ ਪੰਜਾਬ ਦੀ ਧਰਤੀ ਦੇ ਉੱਤੇ ਭੇਜਿਆ। ਜੋ ਪੰਜਾਬ ਦੇ ਵਿੱਚ ਜ਼ੁਲਮ ਹੋ ਰਿਹਾ ਹੈ, ਜੋ ਗਰੀਬ ਨੂੰ ਲੁੱਟਿਆ ਜਾ ਰਿਹਾ ਹੈ, ਕਸੁੱਟਿਆ ਜਾ ਰਿਹਾ ਹੈ, ਉਸ ਦੀ ਆਵਾਜ਼ ਬਣਨ ਵਾਸਤੇ ਮਾਧੋ ਦਾਸ ਬੈਰਾਗੀ ਨੂੰ ਅਮਰ ਦੀ ਦਾਤ ਦੇ ਕੇ ਬਾਬਾ ਬੰਦਾ ਸਿੰਘ ਬਹਾਦਰ ਬਣਾ ਕੇ ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਨੇ ਪੰਜਾਬ ਦੀ ਧਰਤੀ ਦੇ ਉੱਤੇ ਭੇਜਿਆ। ਭੇਜਣ ਤੋਂ ਬਾਅਦ ਗੁਰੂ ਸਾਹਿਬ ਨੇ ਕੁਝ ਚਿੱਠੀਆਂ ਦੇ ਉੱਤੇ ਆਪਣੇ ਮੋਹਰ ਲਾ ਕੇ ਭੇਜੀ ਸੀ। ਫਿਰ ਭਾਈ ਬਾਬਾ ਬੰਦਾ ਸਿੰਘ ਬਹਾਦਰ ਨੇ ਕਿਹਾ ਸੀ, ਪਾਤਸ਼ਾਹ ਏਡਾ ਵੱਡਾ ਕਾਰਜ ਕਰਨਾ ਹੈ, ਏਡੇ ਵੱਡੇ ਕਾਰਜ ਦੇ ਅੰਦਰ ਰਹਿੰਦਿਆਂ ਹੋਇਆਂ ਮੈਂ ਸੰਗਤਾਂ ਨੂੰ, ਸੂਰ ਸਿੱਖਾਂ ਨੂੰ ਇਕੱਠਿਆਂ ਕਰਾਂਗਾ। ਕਿਸ ਤਰ੍ਹਾਂ ਇਕੱਠਿਆਂ ਕਰਾਂਗਾ, ਲੋਕੀ ਮੇਰੇ ਨਾਲ ਕਿਵੇਂ ਜੁੜਨਗੇ? ਤੇ ਮਹਾਰਾਜ ਨੇ ਆਪਣੀਆਂ ਚਿੱਠੀਆਂ ਦੇ ਉੱਤੇ ਮੋਹਰਾਂ ਲਾ ਕੇ ਭੇਜਿਆ ਕਿ ਗੁਰੂ ਕਲਗੀਧਰ ਪਾਤਸ਼ਾਹ ਦਾ ਫਰਮਾਨ ਹੈ ਕਿ ਸਿੱਖ ਸੰਗਤਾਂ ਇਕੱਠੀਆਂ ਹੋ ਕੇ ਬੰਦਾ ਸਿੰਘ ਬਹਾਦਰ ਦੇ ਜਥੇ ਦੇ ਨਾਲ ਮਿਲ ਕੇ ਜਿਹੜਾ ਹਨ ਉਹ ਜ਼ੁਲਮ ਦੇ ਖਿਲਾਫ ਟੱਕਰ ਲੈਣ ਤੇ ਤਿਆਰ ਹੋਣ। ਜੋ 1710 ਵਿੱਚ ਬੰਦਾ ਸਿੰਘ ਬਹਾਦਰ ਧਰਤੀ ਦੇ ਉੱਤੇ ਪਹੁੰਚਦੇ ਨੇ, ਫਿਰ ਸਮਾਣਾ, ਸਢੌਰਾ ਜਦੋਂ ਫਤਿਹ ਕੀਤੇ, ਚੱਪੜਚਿੜੀ ਦੇ ਮੈਦਾਨ ਦਾ ਜੰਗ ਹੋਇਆ ਤੇ ਇਸ ਜੰਗ ਦੇ ਵਿੱਚ ਬਾਬਾ ਦੀਪ ਸਿੰਘ ਨੇ ਪੁੱਜ ਕੇ ਹਿੱਸਾ ਲਿਆ। ਤੇ ਇਤਿਹਾਸ ਜ਼ਿਕਰ ਕਰਦਾ ਹੈ ਚੱਪੜਚਿੜੀ ਦੇ ਮੈਦਾਨ ਵਿੱਚ ਬਾਬਾ ਬੰਦਾ ਸਿੰਘ ਬਹਾਦਰ ਦੇ ਨਾਲ ਬਾਬਾ ਦੀਪ ਸਿੰਘ ਜੂਝ ਕੇ ਲੜੇ ਤੇ ਇਸ ਲੜਾਈ ਦੇ ਦੌਰਾਨ ਬਾਬਾ ਦੀਪ ਸਿੰਘ ਦਾ ਇੱਕ ਦੰਦ ਵੀ ਟੁੱਟਿਆ। ਜਦੋਂ ਚੱਪੜਚਿੜੀ ਦੇ ਮੈਦਾਨ ਦੀ ਫਤਿਹ ਹੋਈ, ਜਿੱਤਿਆ ਗਿਆ ਯੁੱਧ, ਤੇ ਸਿੱਖ ਸੰਗਤਾਂ ਨੇ ਇੱਕ ਖਿਤਾਬ ਦਿੱਤਾ ਬਾਬਾ ਦੀਪ ਸਿੰਘ ਨੂੰ ਜਿੰਦਾ ਸ਼ਹੀਦ ਦਾ। ਜੂਝ ਕੇ ਆਪਣੀ ਜਾਨ ਨੂੰ ਨਿਸ਼ਾਵਰ ਕਰਨ ਵਾਸਤੇ ਜਿਹੜਾ ਸਾਨੂੰ ਲੜੇ ਸੀ। ਇਸੇ ਜੰਗ ਦੇ ਮੈਦਾਨ ਵਿੱਚ ਬਾਬਾ ਦੀਪ ਸਿੰਘ ਦਾ ਇੱਕ ਦੰਦ ਵੀ ਨਿਕਲਿਆ। ਤੇ 1710 ਵਿੱਚ ਬੰਦਾ ਸਿੰਘ ਬਹਾਦਰ ਦੀ ਗ੍ਰਿਫਤਾਰੀ ਹੋਈ, ਸ਼ਹਾਦਤ ਹੋਈ। ਤੇ ਭਾਈ ਦੀਪ ਸਿੰਘ ਜਿਹੜੇ ਹਨ ਉਹ ਸਮੇਂ ਦੇ ਅੰਦਰ ਬਾਅਦ ਵਿੱਚ ਦਮਦਮਾ ਸਾਹਿਬ ਧਰਤੀ ਦੇ ਉੱਤੇ ਫਿਰ ਵਾਪਸ ਆ ਕੇ ਪਹੁੰਚੇ। ਜਿਹੜੇ ਮੈਂ 11 ਸਾਲ ਦਾ ਜ਼ਿਕਰ ਕਰ ਰਿਹਾ ਨਾ, ਫਿਰ ਉਹਨਾਂ ਨੇ 11 ਸਾਲ ਰਹਿ ਕੇ ਇਸ ਧਰਤੀ ਦੇ ਉੱਤੇ, ਦਮਦਮਾ ਸਾਹਿਬ ਦੀ ਧਰਤੀ ਦੇ ਉੱਤੇ ਬਠਿੰਡੇ ਵਿੱਚ ਰਹਿ ਕੇ ਸਿੱਖੀ ਦਾ ਪ੍ਰਚਾਰ ਕੀਤਾ
ਸਰੂਪ ਲੇਖ ਤਖਤਾਂ ਦੇ ਉੱਤੇ ਪਹੁੰਚਾਏ। ਤੇ ਉਸ ਇਲਾਕੇ ਵਿੱਚ ਅੱਜ ਵੀ ਪਾਣੀ ਦੀ ਬੜੀ ਦਿੱਕਤ ਹੈ। ਉਸ ਇਲਾਕੇ ਵਿੱਚ ਸਾਬੋ ਕੀ ਤਲਵੰਡੀ ਬਠਿੰਡਾ ਮੁਕਤਸਰ ਦੇ ਏਰੀਏ ਦੇ ਅੰਦਰ ਪਾਣੀ ਦੀ ਦਿੱਕਤ ਅੱਜ ਵੀ ਬਹੁਤ ਮਾਤਰਾ ਵਿੱਚ ਹੈ। ਫਿਰ ਆਪਣੇ ਹੱਥੀਂ ਸੇਵਾ ਕਰਕੇ ਬਾਬਾ ਦੀਪ ਸਿੰਘ ਨੇ ਉੱਥੇ ਇੱਕ ਖੂਹ ਬਣਵਾਇਆ ਸੀ। ਤੁਸੀਂ ਗਏ ਹੋ ਦਰਸ਼ਨ ਕਰਨ ਵਾਸਤੇ। ਸਿੱਖ ਸੰਗਤਾਂ ਨੂੰ ਹਰੇਕ ਪੱਖ ਤੋਂ ਮਜ਼ਬੂਤ ਕਰਨ ਵਾਸਤੇ। ਤੇ ਜਦੋਂ ਮੈਂ ਇਤਿਹਾਸ ਨੂੰ ਪੜ੍ਹਦਾ ਹੁੰਦਾ ਤੇ ਗੁਰੂ ਨਾਨਕ ਦੇਵ ਮਹਾਰਾਜ ਪਾਤਸ਼ਾਹ ਦਾ ਸਰੂਪ ਜੋ ਅਸੀਂ ਦੇਖਦੇ ਹਾਂ ਨਾ, ਅੱਜ ਆ ਫੋਟੋ ਸਾਰੇ ਜਣ ਦੇਖਿਓ ਸਾਹਮਣੇ ਤੁਸੀਂ। ਗੁਰੂ ਨਾਨਕ ਦੇਵ ਮਹਾਰਾਜ ਪਾਤਸ਼ਾਹ ਦਾ ਸਰੂਪ ਦੇਖਿਓ ਕਿ ਗੁਰੂ ਸਾਹਿਬ ਨੇ ਇੱਕ ਪੇਚਾਂ ਵਾਲਾ ਪਰਨਾ ਬੰਨਿਆ ਹੋਇਆ, ਇੱਕ ਪਰਨੇ ਦੇ ਉੱਤੇ ਮਾਲਾ ਲੱਗੀ ਹੋਈ ਹੈ, ਇੱਕ ਹੱਥ ਦੇ ਵਿੱਚ ਮਾਲਾ ਹੈ। ਤੇ ਬਾਬਾ ਨਾਨਕ ਸਾਡੇ ਗੁਰੂ ਨਾਨਕ ਦੇਵ ਮਹਾਰਾਜ ਪਾਤਸ਼ਾਹ ਦਾ ਸਰੂਪ ਇਸ ਤਰ੍ਹਾਂ ਦਾ ਨਹੀਂ ਸੀ। ਕਰਤਾਰਪੁਰ ਸਾਹਿਬ ਦਾ ਲਾਂਘਾ ਖੁੱਲਿਆ, ਸਾਰੇ ਜਾਣੇ ਦਰਸ਼ਨ ਕਰਕੇ ਆਏ ਤੁਸੀਂ। ਅੱਜ ਵੀ ਕਰਤਾਰਪੁਰ ਸਾਹਿਬ ਦੀ ਜਿਹੜੀ ਜ਼ਮੀਨ ਹੈ ਉਹ ਬਾਬੇ ਨਾਨਕ ਦੇ ਪੂਰਵਜਾਂ ਦੇ ਨਾਮ ਦੇ ਹੈ। ਗੁਰੂ ਨਾਨਕ ਦੇਵ ਮਹਾਰਾਜ ਪਾਤਸ਼ਾਹ 18 ਸਾਲ ਖੇਤੀ ਕੀਤੀ ਇੱਥੇ ਕਰਤਾਰਪੁਰ ਸਾਹਿਬ ਦੀ ਧਰਤੀ ਦੇ ਉੱਤੇ ਰਹਿ ਕੇ। ਤੇ ਸਾਡੇ ਬਾਬੇ ਨਾਨਕ ਨੇ ਆਪ ਹੱਥੀਂ ਹਲ ਵਾਇਆ ਹੋਵੇ, ਹੱਥੀਂ ਮਿਹਨਤ ਕੀਤੀ ਹੋਏ। ਹੁਣ ਸਾਡੇ ਕੋਲ ਟਰੈਕਟਰ ਆ ਗਏ, ਹੱਲ ਪਾਏ, 15 ਮਿੰਟਾਂ 20 ਮਿੰਟਾਂ ਦੇ ਵਿੱਚ ਅਸੀਂ ਕਿੱਲਾ ਵਾ ਕੇ ਪਰੇ ਜਾਂਦੇ ਹਾਂ। ਤੇ ਜਿਹੜੇ ਗੁਰੂ ਨਾਨਕ ਦੇਵ ਮਹਾਰਾਜ ਪਾਤਸ਼ਾਹ ਮੂੰਹ ਹਨੇਰੇ 4-5 ਵਜੇ ਨਾਲ ਬਲਦ ਲੈ ਕੇ ਜੋਤ ਕੇ ਬਾਹਰ ਜਾਂਦੇ ਹੋਣ ਖੇਤਾਂ ਦੇ ਵਿੱਚ, ਤੇ ਬਾਬੇ ਨਾਨਕ ਦਾ ਸਰੂਪ ਕਿੱਦਾਂ ਦਾ ਹੋਏਗਾ? ਬਾਬੇ ਨਾਨਕ ਦੇ ਕੱਪੜੇ ਕਿਵੇਂ ਦੇ ਹੋਣਗੇ? ਬਾਬਾ ਦੀਪ ਸਿੰਘ ਨੇ ਉਸ ਧਰਤੀ ਦੇ ਉੱਤੇ ਰਹਿ ਕੇ ਸੰਗਤਾਂ ਵਿੱਚ ਵਿਚਰ ਕੇ ਆਪ ਹੱਥੀਂ ਜਿਹੜਾ ਹੈ ਖੂਹ ਨੂੰ ਖਦਵਾਉਣ ਦੀ ਸੇਵਾ ਕੀਤੀ। ਸਿੱਖ ਸੰਗਤਾਂ ਦੀ ਸਹੂਲਤਾਂ ਵਾਸਤੇ ਖੂਹ ਬਣਵਾਇਆ। ਗੁਰੂ ਹਰਿਰਾਏ ਪਾਤਸ਼ਾਹ ਮਹਾਰਾਜ ਜਦੋਂ ਜੀਵਨ ਪੜ੍ਹਦੇ ਹਾਂ, ਕੇਵਲ ਸਿੱਖ ਸੰਗਤਾਂ ਨੂੰ ਗੁਰਬਾਣੀ ਦੇ ਨਾਲ ਜੋੜਿਆ ਹੀ ਨਹੀਂ, ਸਿੱਖ ਸੰਗਤਾਂ ਦੇ ਵਾਸਤੇ ਉਹਨਾਂ ਦੀ ਸਿਹਤ ਬਰਕਰਾਰ ਰਹੇ। ਕੀਰਤਪੁਰ ਸਾਹਿਬ ਦੀ ਧਰਤੀ ਦੇ ਉੱਤੇ ਰਹਿ ਕੇ ਗੁਰੂ ਹਰਿਰਾਏ ਪਾਤਸ਼ਾਹ ਮਹਾਰਾਜ ਨੇ ਦਵਾਖਾਨੇ ਵੀ ਕਾਇਮ ਕੀਤੇ, ਦਵਾਖਾਨੇ ਬਣਾਏ ਉੱਥੇ ਰਹਿ ਕੇ। ਜਦੋਂ ਔਰੰਗਜ਼ੇਬ ਬਾਦਸ਼ਾਹ ਨੇ ਆਪਣੇ ਭਰਾ ਦਾਰਾ ਸ਼ਿਕੋ ਦੇ ਖਾਣੇ ਦੇ ਵਿੱਚ ਸ਼ੇਰ ਦੀ ਮੁੱਛ ਦਾ ਵਾਲ ਪਾ ਦਿੱਤਾ ਨਾ, ਇੰਨਾ ਕੱਟੜ ਰਾਜਾ ਸੀ ਔਰੰਗਜ਼ੇਬ ਬਾਦਸ਼ਾਹ ਨੇ ਆਪਣੇ ਸਗੇ ਭਰਾ ਦਾਰਾ ਸ਼ਿਕੋ ਦੇ ਖਾਣੇ ਦੇ ਵਿੱਚ ਜਦੋਂ ਸ਼ੇਰ ਦੀ ਮੁੱਛ ਦਾ ਵਾਲ ਪਾ ਦਿੱਤਾ, ਤਿੱਖਾ ਸੀ, ਹੱਡੀਆਂ ਨੂੰ ਚੀਰ ਤੱਕ ਨੁਕਸਾਨ ਕਰਨਾ ਸੀ, ਕਿਤੋਂ ਇਲਾਜ ਨਹੀਂ ਹੋਇਆ। ਫਿਰ ਕਿਸੇ ਨੇ ਕਿਹਾ ਗੁਰੂ ਹਰਿਰਾਏ ਪਾਤਸ਼ਾਹ ਮਹਾਰਾਜ ਦਵਾਖਾਨਾ ਹੈ ਕੀਰਤਪੁਰ ਸਾਹਿਬ ਧਰਤੀ ਦੇ ਉੱਤੇ, ਉੱਥੋਂ ਦਵਾਈ ਖਾ ਕੇ ਤਾਂ ਆਰਾਮ ਹੋਏਗਾ। ਸਾਨੂੰ ਹਰੇਕ ਪੱਖ ਦੇ ਉੱਤੋਂ ਇਤਿਹਾਸ ਸਾਨੂੰ ਸਿੱਖਿਆ ਦਿੰਦਾ ਹੈ ਕਿ ਗੁਰਸਿੱਖ ਜਿਹੜਾ ਹੈ ਉਹ ਕੇਵਲ ਇਹ ਨਹੀਂ ਕਿ 24 ਘੰਟੇ ਗੁਰਬਾਣੀ ਪੜ੍ਹੀ ਜਾਏ। ਗੁਰਬਾਣੀ ਪੜ੍ਹੇ, ਗੁਰਬਾਣੀ ਸਿੱਖਿਆ ਲੈ ਕੇ ਮਾਲਕਾ ਜਿਹੜੇ ਗੁਰੂ ਨੂੰ ਖੁਸ਼ ਕਰਨ ਵਾਸਤੇ ਮੈਂ ਗੁਰੂ ਘਰ ਜਾ ਰਿਹਾ ਹਾਂ, ਜਿਹੜੇ ਗੁਰੂ ਨੂੰ ਖੁਸ਼ ਕਰਨ ਵਾਸਤੇ ਮੈਂ ਯਾਤਰਾ ਕਰ ਰਿਹਾ ਹਾਂ, ਉਹੀ ਗੁਰੂ, ਉਹੀ ਰੱਬ ਮਾਨਵਤਾ ਵਿੱਚ ਵਸ ਰਿਹਾ ਹੈ। ਤੇ ਕਿਉਂ ਨਾ ਉਹ ਮਾਨਵਤਾ ਦੀ ਸੇਵਾ ਜਿਹੜੀ ਮੈਂ ਚੰਗਾ ਡਾਕਟਰ ਬਣ ਕੇ ਕਰਾਂ। ਕਰ ਸਕਦਾ ਕਿ ਨਹੀਂ ਕਰ ਸਕਦਾ? ਸਾਨੂੰ ਗੁਰੂ ਹਰਿਰਾਏ ਪਾਤਸ਼ਾਹ ਮਹਾਰਾਜ ਨੇ ਸਾਨੂੰ ਡਾਕਟਰ ਬਣਨ ਦੀ ਵੀ ਸਿੱਖਿਆ ਦੇ ਰਹੇ ਨੇ, ਜੇ ਉਸ ਸਮੇਂ ਵਿੱਚ ਵੈਦ ਸੀ। ਬਾਬਾ ਦੀਪ ਸਿੰਘ ਨੇ ਜਿਹੜਾ ਹੈ ਇੱਥੇ 11 ਸਾਲ ਰਹਿ ਕੇ ਦਮਦਮਾ ਸਾਹਿਬ ਧਰਤੀ ਦੇ ਉੱਤੇ ਸਿੱਖੀ ਦਾ ਪ੍ਰਚਾਰ ਕੀਤਾ। 4 ਤਖਤਾਂ ਦੇ ਉੱਤੇ ਸਰੂਪ ਤਿਆਰ ਕਰਕੇ ਉਤਾਰੇ ਕਰਕੇ ਤਖਤਾਂ ਦੇ ਉੱਤੇ ਭੇਜੇ। ਆਪ ਹੱਥੀਂ ਸਿੱਖ ਸੰਗਤਾਂ ਦੀ ਸੇਵਾ ਕਰਨੀ, ਖੂਹ ਬਣਵਾਇਆ, ਐਸੀ ਸੇਵਾ ਕੀਤੀ। ਇਸੇ ਸਮੇਂ ਦੇ ਦੌਰਾਨ ਅਹਿਮਦ ਸ਼ਾਹ ਅਬਦਾਲੀ ਨੇ ਪੰਜਾਬ ਦੀ ਧਰਤੀ ਦੇ ਉੱਤੇ ਹਮਲੇ ਕੀਤੇ। ਹੁਣ ਲੜੀ ਸਾਰੀ ਜੋੜਦੇ ਜਾਓ ਨਾਲ। ਇਸੇ ਸਮੇਂ ਦੇ ਦੌਰਾਨ ਅਹਿਮਦ ਸ਼ਾਹ ਅਬਦਾਲੀ ਨੇ ਪੰਜਾਬ ਦੀ ਧਰਤੀ ਦੇ ਉੱਤੇ ਹਮਲੇ ਕੀਤੇ। ਤੇ ਜਦੋਂ ਕਾਬਲ ਵਾਪਸ ਕਾਬਲ ਨੂੰ ਜਾ ਰਿਹਾ ਸੀ ਲੁੱਟ ਕੇ, ਤੇ ਬਾਬਾ ਆਲਾ ਸਿੰਘ ਪਟਿਆਲੇ ਵਾਲੇ ਨੇ ਬੜਾ ਇਹਨੂੰ ਲੁੱਟਿਆ। ਜੋ ਸਮਾਨ ਇਹ ਲੁੱਟ ਕੇ ਵਾਪਸ ਜਾ ਰਹੇ ਸਿੱਖ ਸੰਗਤਾਂ ਦਾ, ਪੰਜਾਬ ਦੀ ਧਰਤੀ ਉੱਤੇ ਹਿੰਦੁਸਤਾਨ ਨੂੰ ਲੁੱਟ ਕੇ ਜਾ ਰਿਹਾ ਸੀ, ਉਹ ਸਮਾਨ ਨੂੰ ਲੁੱਟਿਆ ਤੇ ਬੜੀ ਨਮੋਚੀ ਦਾ ਸਾਹਮਣਾ ਕਰਨਾ ਪਿਆ ਕਿ ਹੱਦ ਹੋ ਗਈ, ਮੈਂ ਜਿੱਤ ਕੇ ਜਾ ਰਿਹਾ ਹਾਂ, ਇਹ ਕਿਹੜਾ ਹੈ ਜਿਹਨੇ ਆ ਕੇ ਮੈਨੂੰ ਵੰਗਾ ਰਿਹਾ ਹੈ। ਇਹਦੀਆਂ ਕੰਨਾਂ ਦੇ ਵਿੱਚ ਖਬਰ ਪਈ ਕਿ ਇਹਨਾਂ ਦਾ ਇੱਕ ਇਸ਼ਟ ਹੋਇਆ ਹੈ, ਇਹਨਾਂ ਦਾ ਇੱਕ ਪੈਗੰਬਰ ਹੋਇਆ ਹੈ ਗੁਰੂ ਗੋਬਿੰਦ ਸਿੰਘ। ਤੇ ਉਹਨੇ ਐਸੀ ਆਪਣੇ ਯੋਧਿਆਂ ਵਿੱਚ ਇੱਕ ਸਪਿਰਿਟ ਭਰੀ ਕਿ ਜਿਹੜੇ ਕਹਿੰਦੇ ਸਨ ਕਾਮ ਹਮਾਰਾ ਤੋਲਣ ਤਕੜੀ, ਨੰਗੀ ਕਰਦ ਕਦੇ ਨਹੀਂ ਪਕੜੀ, ਚਿੜੀ ਉੜੇ ਤੋਂ ਹਮ ਦਰ ਜਾਏ, ਦੁਸ਼ਮਣ ਸੇ ਕੈਸੇ ਲੜ ਪਾਏ। ਤੇ ਉਹ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਨੇ ਐਸੀ ਇਹਨਾਂ ਦੇ ਵਿੱਚ ਸਪਿਰਿਟ ਭਰੀ
कि इन्हीं को सरदार बनाऊं तवे गोबिंद सिंह नाम कहाऊं। उन्होंने मजलूमां नूं इन्हां ने अमृत की दात दे के ऐसा सिर लथ जोधे बनाया इन्हां नूं कि मर जाणगे ते पर ये पैर जिहड़ा हन कदे पिछे ना पाउणगे। संगत नूं बेनती है कि इहदा सुनाउण वाले दा ध्यान भटकदा है। ये ਉਹੀ संगत है जो नगर विच रह रही है। मत्था टेके ना संगत में बैठ जाना। हथ जोड़ के बेनती है कि जे घरों अपना काम छड्ड के आए हो, टाइम भन के आए हो, हुण कुछ ना कोई लैके ते नाल जाओ अपने। ਜਦੋਂ ਉਹ ਬਾਬਾ ਆਲਾ ਸਿੰਘ ਪਟਿਆਲੇ ਵਾਲੇ ਨੇ ਲੁੱਟਿਆ ਸਮਾਨ ਤੇ ਇਹਨੂੰ ਬੜੀ ਨਮੋਸ਼ੀ ਦਾ ਸਾਹਮਣਾ ਕਰਨਾ ਪਿਆ। ਕਹਿੰਦੇ ਕੌਣ ਹੈ ਇਹਨਾਂ ਦਾ ਇਸ਼ਟ, ਕੌਣ ਹੈ ਇਹ, ਕਿੱਥੋਂ ਇਹਨੇ ਪਾਵਰ ਲੈਂਦੇ ਨੇ, ਇਹ ਕਿੱਥੋਂ ਇਹਨੇ ਸਪਿਰਿਟ ਲੈਂਦੇ ਨੇ। ਤੇ ਇਹਦੇ ਨਾਲ ਦੇ ਜਿਹੜੇ ਨਾਲ ਇਹਦੇ ਸੈਨਿਕ ਸਨ, ਇਹਨਾਂ ਨੇ ਆਖਿਆ ਕਿ ਇਹਨਾਂ ਦਾ ਇੱਕ ਧਾਰਮਿਕ ਗ੍ਰੰਥ ਹੈ, ਉਹ ਗ੍ਰੰਥ ਨੂੰ ਪੜ੍ਹ ਕੇ ਇਹਨਾਂ 'ਚ ਤਾਕਤ ਆਉਂਦੀ ਹੈ। ਇਹਨਾਂ ਦਾ ਇੱਕ ਧਾਰਮਿਕ ਕੇਂਦਰ ਹੈ, ਉਹ ਧਾਰਮਿਕ ਕੇਂਦਰ ਦੇ ਉੱਤੇ ਜਾ ਕੇ ਨਮਸਕਾਰ ਕਰਦੇ ਨੇ, ਉਹ ਸਰੋਵਰ ਵਿੱਚ ਜਾ ਕੇ ਇਸ਼ਨਾਨ ਕਰਦੇ ਨੇ। ਪਤਾ ਨਹੀਂ ਇਹਨਾਂ ਮਜਲੂਮਾਂ ਦੇ ਅੰਦਰ, ਇਹਨਾਂ ਦੇ ਅੰਦਰ ਕੈਸੀ ਪਾਵਰ ਆ ਗਈ, ਇਹ ਆਪਣਾ ਸਿਰ ਤੇ ਲਵਾ ਸਕਦੇ ਨੇ ਪਰ ਆਪਣਾ ਪੈਰ ਕਦੇ ਪਿੱਛੇ ਨਹੀਂ ਪਾ ਸਕਦੇ। ਫਿਰ ਇਹਨੇ ਕੀ ਕੀਤਾ, ਆਪਣੇ ਪੁੱਤ ਤੈਮੂਰ ਖਾਨ ਨੂੰ ਜਿਹੜਾ ਹੈ ਆਪਣਾ ਗੱਦੀ ਦਾ ਵਾਰਸ ਨਿਯੁਕਤ ਕਰਕੇ ਗਿਆ। ਤੇ ਜਹਾਨ ਖਾਨ ਨੂੰ ਜਿਹੜਾ ਹੈ ਉਹਨੇ ਇੱਕ ਜ਼ਿੰਮੇਵਾਰੀ ਦਿੱਤੀ ਕਿ ਜੋ ਇਹਨਾਂ ਦਾ ਧਾਰਮਿਕ ਕੇਂਦਰ ਹੈ ਉਹਨੂੰ ਜਿਹੜਾ ਹੈ ਉਹ ਢਹਿ ਢੇਰੀ ਕਰ ਦੇ। ਜਿਹੜਾ ਇਹ ਅੰਮ੍ਰਿਤ ਸਰੋਵਰ ਕਹਿੰਦੇ ਨੇ ਉਹਨੂੰ ਤੂੰ ਪੂਰ ਦੇ। ਜੋ ਇਹਨਾਂ ਧਾਰਮਿਕ ਗ੍ਰੰਥ ਹੈ ਉਹਨੂੰ ਖਤਮ ਕਰ ਦੇ, ਕਹਿੰਦਾ ਤੇਰੇ ਨਾਲ ਮੈਂ ਖੜਿਆ ਹਾਂ। ਅਹਿਮਦ ਸ਼ਾਹ ਅਬਦਾਲੀ ਆਖਦਾ ਹੈ। ਅਹਿਮਦ ਸ਼ਾਹ ਅਬਦਾਲੀ ਨੇ ਆ ਕੇ 1757 ਦੇ ਵਿੱਚ ਅੰਮ੍ਰਿਤਸਰ ਦੀ ਧਰਤੀ ਦੇ ਉੱਤੇ ਆ ਕੇ ਹਮਲਾ ਕੀਤਾ। ਜਦੋਂ ਅੰਮ੍ਰਿਤਸਰ ਦੀ ਧਰਤੀ ਦੇ ਉੱਤੇ ਆ ਕੇ ਉਹਨੇ ਹਮਲਾ ਕੀਤਾ, ਹਰਮੰਦਰ ਸਾਹਿਬ ਦੀ ਇਮਾਰਤ ਨੂੰ ਉਹਨੇ ਢਾਇਆ, ਸਰੋਵਰ ਨੂੰ ਆ ਕੇ ਉਹਨੇ ਪੂਰ ਦਿੱਤਾ, ਧਾਰਮਿਕ ਗ੍ਰੰਥ ਨੂੰ ਨੁਕਸਾਨ ਪਹੁੰਚਾਇਆ। ਜਦੋਂ ਇਸ ਗੱਲ ਦੀ ਖਬਰ ਬਾਬਾ ਦੀਪ ਸਿੰਘ ਨੂੰ ਦਮਦਮਾ ਸਾਹਿਬ ਦੀ ਧਰਤੀ ਦੇ ਉੱਤੇ ਪੁੱਜੀ, ਉਸ ਬੁੱਢੇ ਜਰਨੈਲ ਦੇ ਡੋਲੇ ਫੜ ਕੇ ਅੱਖਾਂ ਦੇ ਮੰਨ ਲਓ ਖੂਨ ਉਤਰ ਆਇਆ। ਤੇ ਜਿਹੜੇ ਉਹ ਜਰਨੈਲ ਨੇ ਜਵਾਨੀ ਦੇ ਵਿੱਚ ਰਹਿ ਕੇ ਕਲਮ ਚੁੱਕ ਕੇ ਗੁਰੂ ਸਾਹਿਬ ਦੇ ਸਰੂਪ ਲਿਖੇ, ਅੱਜ 75 ਸਾਲਾਂ ਦਾ ਉਹ ਬਜ਼ੁਰਗ ਜਿਹੜਾ ਹੈ ਆਪਣੇ ਖੰਡੇ ਨੂੰ ਹੱਥ ਪਾ ਕੇ ਆਖਦਾ ਹੈ, ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਤੂੰ ਤਾਕਤ ਦੇ, ਤੂੰ ਸਪਿਰਿਟ ਦੇ। ਇਹ ਹੁਣ ਦੀਪ ਸਿੰਘ ਆਪਣਾ ਸਿਰ ਤੇ ਲਵਾ ਸਕਦਾ ਹੈ ਪਰ ਆਪਣੇ ਗੁਰੂ ਦੀ ਸ਼ਾਨ ਬਦਲੇ ਪੈਰ ਹੁਣ ਪਿੱਛੇ ਨਹੀਂ ਪਾਏਗਾ। ਕਹਿੰਦੇ ਬਾਬਾ ਦੀਪ ਸਿੰਘ ਨੇ ਵੰਗਾਰਿਆ, ਖੰਡੇ ਨੂੰ ਹੱਥ ਪਾਇਆ। ਤੇ ਇਤਿਹਾਸ ਜ਼ਿਕਰ ਕਰਦਾ ਰਤਨ ਸਿੰਘ ਭੰਗੂ ਲਿਖਦੇ ਨੇ, ਕਹਿੰਦੇ ਉੱਥੇ ਫਿਰ 3 ਪ੍ਰਣ ਲਏ, ਮਤਲਬ 3 ਉਹਨਾਂ ਨੇ 3 ਵਾਰ ਸਿੱਖ ਸੰਗਤਾਂ ਨੂੰ ਕਿਹਾ, ਇੱਕ ਦਮਦਮਾ ਸਾਹਿਬ ਦੀ ਧਰਤੀ ਦੇ ਉੱਤੇ, ਇੱਕ ਤਰਨਤਾਰਨ ਦੇ ਉੱਤੇ ਆ ਕੇ, ਇੱਕ ਅੰਮ੍ਰਿਤਸਰ ਦੇ ਬਾਹਰ ਆ ਕੇ ਲੀਕ ਮਾਰੀ ਆ ਕੇ। ਤੇ ਸਿੱਖ ਸੰਗਤਾਂ ਨੂੰ ਆਖਣ ਲੱਗਾ ਐਸਾ ਕੋਈ ਯੋਧਾ ਜਿਹੜਾ ਆਪਣੇ ਗੁਰੂ ਦੀ ਸ਼ਾਨ ਵਾਸਤੇ ਆਪਣਾ ਸਿਰ ਕਟਵਾਉਣ ਵਾਸਤੇ ਤਿਆਰ ਹੋਏ ਲੀਕ ਨੂੰ ਪਾਰ ਕਰਕੇ ਆ ਜਾਏ। ਇਤਿਹਾਸ ਜ਼ਿਕਰ ਕਰਦਾ ਜਦੋਂ ਤੁਰਦੇ ਨੇ ਦਮਦਮਾ ਸਾਹਿਬ ਧਰਤੀ ਦੇ ਉੱਤੇ ਕੇਵਲ 8 ਸਿੰਘ ਹੁੰਦੇ ਨੇ। ਸਿੱਖ ਸੰਗਤਾਂ ਤੱਕ ਇਹ ਸੁਨੇਹਾ ਪਹੁੰਚਦਾ ਕਿ ਬਾਬਾ ਦੀਪ ਸਿੰਘ ਜਿਹੜੇ ਹਨ ਫੌਜਾਂ ਨੂੰ ਲੈ ਕੇ ਅੰਮ੍ਰਿਤਸਰ ਦੀ ਧਰਤੀ ਵੱਲ ਰਵਾਨਾ ਹੋ ਰਹੇ ਨੇ। ਤੇ ਬਾਬਾ ਦੀਪ ਸਿੰਘ ਜਿਹੜੇ ਨੇ ਜਦੋਂ ਅੰਮ੍ਰਿਤਸਰ ਦੀ ਧਰਤੀ ਤੱਕ ਪਹੁੰਚੇ ਤੇ ਕਈ ਇਤਿਹਾਸਕਾਰ ਜ਼ਿਕਰ ਲਿਖਦੇ ਨੇ 500 ਦਾ ਜਥਾ ਆਇਆ, 500 ਸਿੰਘਾਂ ਦਾ, ਤੇ ਕਈ 5000 ਸਿੰਘਾਂ ਦਾ ਜਥਾ ਲਿਖਦੇ ਨੇ ਕਿ ਇੰਨੀ ਗਿਣਤੀ ਜਿਹੜੀ ਹੈ ਅੰਮ੍ਰਿਤਸਰ ਦੀ ਧਰਤੀ ਤੱਕ ਆਉਂਦਿਆਂ ਇੰਨੀ ਗਿਣਤੀ ਹੋ ਚੁੱਕੀ ਸੀ। ਤੇ ਅਰਦਾਸ ਕਰਕੇ ਤੁਰੇ ਸੀ ਕਿ ਪਾਤਸ਼ਾਹ ਤੂੰ ਮਿਹਰਮਤ ਕਰੇ ਤੇ ਆਪਣਾ ਜਿਹੜਾ ਸਿਰ ਹੈ, ਆਪਣਾ ਜਿਹੜਾ ਸੀਸ ਹੈ, ਮੈਂ ਗੁਰੂ ਰਾਮਦਾਸ ਮਹਾਰਾਜ ਪਾਤਸ਼ਾਹ ਦੇ ਚਰਨਾਂ ਦੇ ਵਿੱਚ ਜਾ ਕੇ ਭੇਟ ਕਰਾਂਗਾ। ਜਦੋਂ ਵਾਪਸ ਆਏ ਦਮਦਮਾ ਸਾਹਿਬ ਧਰਤੀ ਤੋਂ ਰਵਾਨਾ ਹੋਏ, ਅੰਮ੍ਰਿਤਸਰ ਧਰਤੀ ਤੱਕ ਪਹੁੰਚੇ, ਇੱਥੇ ਫਿਰ ਆਖਰੀ ਲੀਕ ਮਾਰਦੇ ਨੇ ਕਿ ਐਸਾ ਕੋਈ ਨਾ ਹੈ ਜਿਹਨੂੰ ਆਪਣੀ ਜਾਨ ਪਿਆਰੀ ਹੈ, ਜਿਹਨੂੰ ਆਪਣਾ ਪਰਿਵਾਰ ਪਿਆਰਾ ਹੈ, ਉਹ ਇਸ ਲੀਕ ਨੂੰ ਨਾ ਪਾਰ ਕਰੇ, ਆਪਣੇ ਪਰਿਵਾਰ ਵਿੱਚ ਜਾ ਕੇ ਰਹੇ। ਜਿਹੜਾ ਗੁਰੂ ਦੀ ਸ਼ਾਨ ਬਦਲੇ ਆਪਣਾ ਸਿਰ ਕਟਵਾਉਣ ਵਾਸਤੇ ਤਿਆਰ ਹੈ, ਉਹ ਮੇਰੇ ਨਾਲ ਲੀਕ ਪਾਰ ਕਰਕੇ ਵੈਰੀਦਾਰ ਨੂੰ ਜਿਹੜਾ ਹੈ ਵੰਗਾਰਨ ਵਾਸਤੇ ਨਾਲ ਤੁਰ ਪਏ। ਕਹਿੰਦੇ ਕੋਈ ਐਸਾ ਸਿੱਖ ਨਹੀਂ ਸੀ ਜਿਹੜਾ ਲੀਕ ਨੂੰ ਨਾ ਪਾਰ ਜਿਹਨੇ ਕੀਤਾ ਹੋਏ, ਸਾਰੇ ਲੀਕ ਨੂੰ ਪਾਰ ਕਰਕੇ ਨਾਲ ਤੁਰੇ। ਜਦੋਂ ਪਹੁੰਚਦੇ ਨੇ ਜੰਗ ਦੇ ਮੈਦਾਨ ਵਿੱਚ, ਸਿੱਧਾ ਮੁਕਾਬਲਾ ਹੁੰਦਾ ਹੈ ਜਗਾਨ ਖਾਨ ਦੇ ਨਾਲ।
ਤੇ ਆਲਮ ਖਾਨ ਜਿਹੜਾ ਹੈ ਨਾਲ ਇੱਕ ਉਹਨਾਂ ਦਾ ਸੈਨਿਕ ਹੈ, ਜਰਨੈਲ ਹੈ, ਆਲਮ ਖਾਨ ਵੀ ਨਾਲ ਆਉਂਦਾ ਹੈ। ਤੇ ਕਹਿੰਦੇ ਭਾਈ ਲਛਮਣ ਸਿੰਘ ਉਸ ਜਥੇ ਦੇ ਵਿੱਚ ਨਾਲ ਸ਼ਾਮਿਲ ਨੇ। ਕਹਿੰਦੇ ਉਹ ਹਾਥੀ ਦੇ ਉੱਤੇ ਆਲਮ ਖਾਨ ਬੈਠਾ ਹੈ, ਭਾਈ ਲਛਮਣ ਸਿੰਘ ਨੇ ਘੋੜਾ ਇੰਨੀ ਤੇਜ਼ੀ ਨਾਲ ਦੌੜਾਇਆ, ਘੋੜੇ ਦੀ ਛਾਲ ਮਰਾ ਕੇ ਤਲਵਾਰ ਦੇ ਨਾਲ ਐਸਾ ਵਾਰ ਕੀਤਾ, ਹਾਥੀ ਤੇ ਬੈਠੇ ਹੋਏ ਆਲਮ ਖਾਨ ਦਾ ਜਿਹੜਾ ਸਿਰ ਹੈ ਲਾ ਕੇ ਜ਼ਮੀਨ ਦੇ ਉੱਤੇ ਸੁੱਟ ਦਿੱਤਾ। ਜਹਾਨ ਖਾਨ ਵੰਗਾਰਦਾ ਹੈ ਬਾਬਾ ਦੀਪ ਸਿੰਘ ਨੂੰ। ਇੱਕ ਪਾਸੇ 32 ਸਾਲਾਂ ਦਾ ਜਹਾਨ ਖਾਨ ਹੈ ਤੇ ਸਾਹਮਣੇ ਬਾਬਾ ਦੀਪ ਸਿੰਘ ਨੇ। ਵੰਗਾਰਦਾ ਹੈ ਕਿ ਬਾਬਾ ਲੋਕਾਂ ਨੂੰ ਮਰਵਾ ਰਿਹਾ ਹੈ, ਆਮੋ ਸਾਹਮਣੇ ਦਾ ਮੁਕਾਬਲਾ ਅਸੀਂ ਆਪ ਖੁਦ ਕਰਾਂਗੇ। ਕਹਿੰਦੇ ਦੋਨਾਂ ਜਰਨੈਲਾਂ ਦੇ ਜਰਨੈਲ ਦੀ ਉਹ ਵੀ ਹੈ। ਜੇ ਅੱਜ ਅਸੀਂ ਬਾਰਡਰ ਤੇ ਕਹਿੰਦੇ ਸਾਡੇ ਜਵਾਨ ਸ਼ਹੀਦ ਹੋਏ ਨੇ, ਜੇਕਰ ਪਾਕਿਸਤਾਨ ਦੇ ਵਿੱਚ ਹੋਰ ਕੰਟਰੀ ਦੇ ਵਿੱਚ ਕਿਸੇ ਦੀ ਲਾਸ਼ ਝੰਡੇ 'ਚ ਲਪੇਟ ਕੇ ਉਹਨਾਂ ਦੇ ਘਰ ਜਾਂਦੀ, ਉਹ ਵੀ ਤੇ ਇਹ ਗੱਲ ਕਹਿੰਦੇ ਸਾਡਾ ਪੁੱਤ ਸ਼ਹੀਦ ਹੋਇਆ। ਜਰਨੈਲ ਦੋਨੇ ਨੇ। ਜਹਾਨ ਖਾਨ ਦਾ ਬਾਬਾ ਦੀਪ ਸਿੰਘ ਨਾਲ ਆਮੋ ਸਾਹਮਣੇ ਦਾ ਵਾਰ ਹੁੰਦਾ, ਇੰਨੀ ਜ਼ੋਰ ਦੀ ਵਾਰ ਹੋਏ ਤੇ ਕਹਿੰਦੇ ਦੋਨਾਂ ਦੀ ਗਰਦਨ ਦੇ ਉੱਤੇ ਵਾਰ ਬਹੁਤ ਜ਼ੋਰ ਦੇ ਨਾਲ ਹੋਏ। ਜਹਾਨ ਖਾਨ ਦਾ ਸਿਰ ਲੱਤ ਕੇ ਥੱਲੇ ਡਿੱਗ ਗਿਆ। ਤੇ ਇਤਿਹਾਸਕਾਰ ਨੇ ਇੱਕ ਸ਼ਬਦ ਬੜੇ ਸੋਹਣੇ ਲਿਖੇ। ਕਹਿੰਦੇ ਬਾਬੇ ਦੀਪ ਸਿੰਘ ਦੇ ਮੁਖ ਤੋਂ ਇਹ ਸ਼ਬਦ ਨਿਕਲੇ, ਭਾਦੜਾ ਪਾਵਾਂਗਾ ਸਿੱਖੀ ਦੇ ਦੁਸ਼ਮਣਾਂ ਨੂੰ, ਸਿੱਖੀ ਸਿਦਕ ਨੂੰ ਦਾਗ ਨਾ ਲਾਂਗਾ ਮੈਂ, ਕੜਾ ਪ੍ਰਸ਼ਾਦ ਗੁਰਦੁਆਰੇ ਚੜਾਉਣ ਲੋਕੀ, ਆਪਣੇ ਸੀਸ ਦਾ ਪ੍ਰਸ਼ਾਦ ਚੜਾਂਗਾ ਮੈਂ। ਕਹਿੰਦੇ ਲੋਕੀ ਆਪਣੇ ਕੜਾ ਪ੍ਰਸ਼ਾਦ ਜਿਹੜਾ ਹੈ ਗੁਰਦੁਆਰੇ ਚੜਾਉਂਦੇ ਹੋਣ, ਪਰ ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਮੈਂ ਆਪਣੇ ਸਿਰ ਦਾ ਜਿਹੜਾ ਹੈ ਪ੍ਰਸ਼ਾਦ ਤੇਰੇ ਚਰਨਾਂ ਦੇ ਅੰਦਰ ਰੱਖ ਚੜਾਵਾਂਗਾ। ਉਸ ਜਰਨੈਲ ਯੋਧੇ ਜਰਨੈਲ ਨੇ ਆਪਣੇ ਖੰਡਾ ਫੜ ਕੇ ਜਹਾਨ ਖਾਨ ਦਾ ਸਿਰ ਲਾ ਕੇ ਹਰਿਮੰਦਰ ਸਾਹਿਬ ਦੀ ਪਰਿਕਰਮਾ ਦੇ ਵਿੱਚ ਆ ਕੇ ਪਹੁੰਚ ਕੇ ਆਪਣਾ ਜਿਹੜਾ ਸਿਰ ਹੈ, ਆਪਣਾ ਸੀਸ ਜਿਹੜਾ ਹੈ ਗੁਰੂ ਰਾਮਦਾਸ ਮਹਾਰਾਜ ਪਾਤਸ਼ਾਹ ਦੇ ਚਰਨਾਂ ਦੇ ਅੱਗੇ ਆ ਕੇ ਭੇਟ ਕੀਤਾ। ਹੁਣ ਦੇਖੋ, ਮੈਂ ਗੁਰਬਾਣੀ ਦੇ ਸ਼ਬਦ ਦੀ ਵਿਆਖਿਆ ਕਰ ਰਿਹਾ ਸੀ, ਜਿਹੜਾ ਮੰਗਲਾ ਚਰਨ ਪੜ੍ਹਿਆ ਸੀ ਪਹਿਲਾਂ ਮੈਂ, ਕਿ ਜੋ ਤੋ ਪ੍ਰੇਮ ਖੇਲਣ ਕਾ ਚਾਓ, ਸਿਰ ਤਰ ਤਲੀ ਗਲੀ ਮੇਰੀ ਆਓ, ਇਤ ਮਾਰਗ ਪੈਰ ਤਰੀਜੈ, ਸਿਰ ਦੀਜੈ ਕਾਰ ਨਾ ਕੀਜੈ। ਇਹ ਸਿੱਖੀ ਦਾ ਪੈਂਡਾ ਹੀ ਐਸਾ ਹੈ। ਮੈਂ ਕਿਤੇ ਬਾਹਰ ਵੀ ਕਿਤੇ ਕਥਾ ਕਰਨ ਜਾਵਾਂ ਨਾ, ਚਲੋ ਇਸ ਤਰ੍ਹਾਂ ਨਗਰ ਵਿੱਚ ਆਪਣੇ ਕਥਾ ਕਰ ਰਹੇ ਹਾਂ, ਤੇ ਪਹਿਲਾਂ ਕੋਈ ਨਾ ਕੋਈ ਕੜਮ ਚੌਧਰੀ ਉੱਠ ਕੇ ਆਉਂਦਾ, ਬਾਬਾ ਜੀ ਵੇਖੋ ਆਹ ਚੀਜ਼ ਬਾਰੇ ਨਾ ਬੋਲਿਓ, ਆਹ ਚੀਜ਼ ਬਾਰੇ ਗੱਲ ਨਾ ਕਰਿਓ। ਲਾਲਚ ਉਹਨਾਂ ਨੂੰ ਹੋਏਗਾ, ਪਰ ਜੇਕਰ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਦਿੱਤਾ ਹੋਇਆ ਖਾ ਰਹੇ ਹਨ ਕਿ ਜਿਸ ਦਾ ਦਿੱਤਾ ਖਾਵਣਾ ਤਿਸ ਕਹੀਏ ਸ਼ਾਬਾਸ਼। ਮਾਲਕਾ ਤੂੰ ਸ਼ਾਬਾਸ਼ ਹੈ, ਤੇਰਾ ਦੇਣਾ ਅਸੀਂ ਕਦੇ ਦੇ ਹੀ ਨਹੀਂ ਸਕਦੇ। ਜੇਕਰ ਆਪਣੀ ਜ਼ਮੀਰ ਮਾਰ ਕੇ ਗੱਲ ਰੋਕ ਕੇ ਰੱਖਣੀ ਗੁਰੂ ਦੀ, ਤੇ ਪਾਤਸ਼ਾਹ ਮਹਾਰਾਜ ਆਖਣਗੇ ਜੇ ਜੀਵੈ ਪਤ ਲੱਥੀ ਜਾਏ। ਆ ਤੁਹਾਡੇ ਸੰਗਤ ਦੇ ਪੈਸੇ ਨੇ ਨਾ, ਇਸ ਸੰਗਤ ਦੇ ਪੈਸਿਆਂ ਦੇ ਨਾਲ ਮੇਰਾ ਘਰ ਚੱਲੇਗਾ, ਆਪਣੇ ਪਰਿਵਾਰ ਨੂੰ ਪੈਸੇ ਦੇਵਾਂਗਾ, ਤੇ ਜੇਕਰ ਗੁਰੂ ਦਾ ਦਿੱਤਾ ਹੋਇਆ ਖਾ ਕੇ ਗੁਰੂ ਦੀ ਗੱਲ ਲੁਕਾ ਕੇ ਚੱਲਾਂਗਾ, ਤੇ ਮਾਲਕ ਪਤਾ ਕੀ ਆਖਦੇ ਨੇ ਕਿ ਜੇ ਜੀਵੈ ਪਤ ਲੱਥੀ ਜਾਏ, ਸਭ ਹਰਾਮ ਜੇਤਾ ਕਿਛ ਖਾਏ। ਉਹ ਤੇਰਾ ਖਾਦਾ ਹੋਇਆ ਸਭ ਕੁਝ ਹਰਾਮ ਹੈ ਜੇਕਰ ਗੁਰੂ ਦੀ ਗੱਲ ਲੁਕਾ ਕੇ ਚੱਲਣ ਡਿਆ। ਹੁਣ ਵੇਖੋ ਕਿੱਡੀ ਵੱਡੀ ਗੱਲ ਹੈ ਕਿ ਜੋ ਤੋ ਪ੍ਰੇਮ ਖੇਲਣ ਕਾ ਚਾਹੋ, ਜੇਕਰ ਸਿੱਖੀ ਦੇ ਸਕੂਲ ਵਿੱਚ ਆ ਕੇ ਖੇਡਣਾ ਚਾਹੁੰਦਾ ਹੈ ਤੇ ਆਪਣੇ ਸਿਰ ਨੂੰ ਤਲੀ ਦੇ ਉੱਤੇ ਰੱਖ ਕੇ ਚੱਲ, ਕੋਈ ਪਤਾ ਨਹੀਂ ਕਿਹਨੇ ਆ ਕੇ ਸ਼ਬਦਾਂ ਦਾ ਬਾਣ ਤੈਨੂੰ ਮਾਰਨਾ ਹੈ। ਕੋਈ ਤੈਨੂੰ ਉਲਾਂਭਾ ਦੇਗਾ, ਕੋਈ ਤੈਨੂੰ ਕਹੇਗਾ ਤੂੰ ਗਲਤ ਕਥਾ ਕੀਤੀ, ਸੁਣਨ ਵਾਸਤੇ ਤਿਆਰ ਹਾਂ, ਕੀਤੀ ਹੋਏਗੀ ਗਲਤ ਕਥਾ ਕੀਤੀ, ਪਰ ਗੁਰੂ ਸਾਹਿਬ ਦੀ ਗੱਲ ਲੁਕਾ ਕੇ ਸਾਨੂੰ ਜੀਣਾ ਨਹੀਂ ਆਉਂਦਾ। ਤੁਹਾਨੂੰ ਨਾ ਪਸੰਦ ਹੈ ਵੱਖਰੀ ਗੱਲ ਹੈ। ਸਿੱਖੀ ਦਾ ਕਿੱਡਾ ਵੱਡਾ ਸਿਧਾਂਤ ਹੈ, ਜਦੋਂ ਗੁਰੂ ਨਾਨਕ ਦੇਵ ਮਹਾਰਾਜ ਪਾਤਸ਼ਾਹ ਨੇ ਪੰਡਤ ਹਰਦਿਆਲ ਦੀ ਬਾਂਹ ਫੜੀ ਹੋਏਗੀ ਤੇ ਕਿੰਨਾ ਵਿਰੋਧ ਚੱਲਿਆ ਹੋਇਆ ਗੁਰੂ ਨਾਨਕ ਦੇਵ ਮਹਾਰਾਜ ਪਾਤਸ਼ਾਹ ਨੇ ਕਿ ਪਟਵਾਰੀ ਦੇ ਪੁੱਤ ਦਾ ਧਰਮ ਦੀ ਰਸਮ ਅਦਾ ਕਰਨ ਜਾ ਰਹੇ ਕਿੰਨੇ ਲੋਕ ਇਕੱਠੇ ਹੋ ਕੇ ਆਏ ਹੋਣਗੇ। ਤੇ ਪਰ ਗੁਰੂ ਨਾਨਕ ਦੇਵ ਮਹਾਰਾਜ ਪਾਤਸ਼ਾਹ ਨੇ ਪੰਡਤ ਹਰਦਿਆਲ ਦੀ ਬਾਂਹ ਫੜ ਕੇ ਰੋਕਿਆ ਕਿ ਪੰਡਤ ਜੀ ਤੁਹਾਡਾ ਜਨੇਊ ਪਾਉਣ ਵਾਸਤੇ ਮੈਂ ਤਾਂ ਤਿਆਰ ਹਾਂ ਜੇਕਰ ਤੁਹਾਡੇ ਜਨੇਊ ਦੀ ਸਿੱਖਿਆ ਮੈਨੂੰ ਸੱਤ ਪੈਦਾ ਕਰੇ, ਸੰਤੋਖ ਹੈ, ਧਰਮ ਹੈ, ਦਇਆ ਹੈ, ਧੀਰਜ ਹੈ। ਪਰ ਇਹ ਗੱਲ ਹੋਰ ਯਾਦ ਰੱਖਿਓ,
ਜਿੱਦਣ ਗੁਰੂ ਨਾਨਕ ਦੇਵ ਮਹਾਰਾਜ ਪਾਤਸ਼ਾਹ ਨੇ ਬਾਂਹ ਪੰਡਤ ਹਰਦਿਆਲ ਦੀ ਫੜੀ ਸੀ, ਜੇਕਰ ਉਸ ਜਗ੍ਹਾ ਦੇ ਉੱਤੇ ਜਗਦੀਪ ਸਿੰਘ ਵੀ ਖੜਿਆ ਹੁੰਦਾ ਨਾ, ਤੇ ਬਾਬੇ ਨਾਨਕ ਨੇ ਬਾਂਹ ਉਦੋਂ ਜਗਦੀਪ ਸਿੰਘ ਦੀ ਫੜਨੀ ਸੀ। ਆ ਗਾਤਰਾ ਤੇ ਮੈਨੂੰ ਪਾਉਣ ਲੱਗਿਆ, ਤੇਰੇ ਗਾਤਰੇ ਨਾਲ ਦਇਆ ਹੈ, ਸੰਤੋਖ ਹੈ, ਤੇਰੇ ਅੰਦਰ ਧਰਮ ਕਿੰਨਾ ਕੁ ਹੈ। ਗਾਤਰੇ ਦੇ ਅਸੀਂ ਬੜੇ ਸਾਰੇ ਜਾਣੇ ਨੇ ਪਾਏ ਹੋਏ ਨੇ। ਹੁਣ ਮੈਨੂੰ ਕਈ ਵਾਰੀ ਫੋਨ ਜਾਂਦਾ ਕਿ ਫਲਾਣਾ ਬੰਦਾ ਵੀ ਜਿਹੜਾ ਹੈ ਉਹ ਚਰਚ ਵਿੱਚ ਆਉਣ ਲੱਗ ਗਿਆ, ਤੇ ਉਹ ਅਗਲੇ ਸਾਨੂੰ ਵੰਗਾਰ ਕੇ ਇਹ ਗੱਲ ਕਹਿੰਦੇ ਨੇ ਕਿ ਵੇਖੋ ਤੁਹਾਡੇ ਸਿੱਖ ਵੀ ਆਉਂਦੇ। ਮੈਂ ਕਹਿੰਦਾ ਜਿਹੜਾ ਸਿੱਖ ਹੈ ਉਹ ਚਰਚ ਜਾ ਹੀ ਨਹੀਂ ਸਕਦਾ, ਉਹ ਨਹੀਂ ਜਾ ਸਕਦਾ। ਜਿਹੜਾ ਲਾਲਚੀ ਬੰਦਾ ਹੈ, ਲਾਲਚੀ ਬੰਦੇ ਦਾ ਕੋਈ ਧਰਮ ਨਹੀਂ। ਅੱਜ ਲਾਲਚ ਦੇ ਕੇ ਮੈਂ ਹੁਣ ਉੱਥੇ ਲੈ ਕੇ ਜਾ ਰਿਹਾ ਹਾਂ, ਕੱਲ ਲਾਲਚ ਦੇ ਕੇ ਹੋਰ ਕਿਤੇ ਲੈ ਕੇ ਚੱਲ ਜਾਏਗਾ, ਉਹ ਲਾਲਚ ਦੇਗਾ ਹੋਰ ਕਿਤੇ ਲੈ ਕੇ ਚੱਲ ਜਾਏਗਾ। ਉਹਦਾ ਕੋਈ ਦੀਨ ਅਮਾਨ ਹੈ ਬੰਦੇ ਦਾ? ਕਿੱਥੇ ਅਸੀਂ ਖੜੇ ਹਾਂ? ਸਾਨੂੰ 239 ਸਾਲ ਦਾ ਸਮਾਂ ਲਾ ਕੇ ਸਾਨੂੰ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦਾ ਸਰੂਪ ਮਿਲਿਆ ਹੋਏ, ਅਸੀਂ ਫੱਟ ਆਪਣੀ ਬਾਂਹ ਛਡਾ ਕੇ ਕਹੀਏ ਕਿ ਅਸੀਂ ਸਾਡੇ ਪੁੱਤ ਨੂੰ 5 ਸਾਲ ਹੋ ਗਏ, ਘਰ ਔਲਾਦ ਨਹੀਂ ਹੋਈ, 10 ਸਾਲ ਹੋ ਗਏ ਔਲਾਦ ਨਹੀਂ ਹੋਈ, ਆਓ ਪ੍ਰਾਰਥਨਾ ਕਰਾਉਣ ਚਲੀਏ ਸਾਡੇ ਕੋਲ ਔਲਾਦਾਂ ਹੋ ਜਾਣ। ਤੇ ਜਦੋਂ ਇਹ ਤਰੀਕੇ ਨਾਲ ਔਲਾਦਾਂ ਹੋਣ ਲੱਗੀਆਂ, ਤੇ ਗੁਰੂ ਨਾਨਕ ਦੇਵ ਮਹਾਰਾਜ ਪਾਤਸ਼ਾਹ ਦੀ ਸਕੀ ਭੈਣ ਹੈ ਬੇਬੇ ਨਾਨਕੀ। ਯਾਦ ਰੱਖਣਾ, ਸਾਰੀ ਜ਼ਿੰਦਗੀ ਬੇਬੇ ਨਾਨਕੀ ਦੇ ਘਰੇ ਔਲਾਦ ਨਹੀਂ ਹੋਈ। ਅਸੀਂ ਕਿੱਥੇ ਖੜੇ ਹਾਂ? ਝੋਲੀਆਂ ਅੱਡ ਕੇ ਲੋਕਾਂ ਦੇ ਕੋਲ ਮਾ ਕੇ ਮੰਗਣ ਵਾਲਿਓ, ਨੱਕ ਰਗੜ ਕੇ ਮੰਗਣ ਵਾਲਿਓ, ਯਾਦ ਰੱਖਣਾ ਉਦੋਂ ਗੁਰੂ ਨਾਨਕ ਦੇ ਕੋਲ ਬਾਂਹ ਆਪਣੀ ਛਡਾ ਕੇ ਕਹਿੰਦੇ ਹੋ ਜਾਓ, ਲੱਖਾਂ ਵਾਰ ਜਾਓ, ਆਪਣਾ ਗਾਤਰਾ ਉਤਾਰ ਕੇ ਜਾਓ ਕਿ ਅਸੀਂ ਗੁਰੂ ਨਾਨਕ ਦੇਵ ਮਹਾਰਾਜ ਪਾਤਸ਼ਾਹ ਤੇਰੇ ਸਿੱਖ ਨਹੀਂ। ਜਿਹਨਾਂ ਦੀ ਇਤਿਹਾਸ ਦੀ ਕਥਾ ਸੁਣਦੇ ਹੋ, ਬਦਾਵਾ ਲਿਖਿਆ, ਅੱਜ ਕਿੰਨੇ ਜਾਣੇ ਬੈਠੇ ਜਿਹੜੇ ਬਦਾਵਾ ਲਿਖ ਕੇ ਦੇ ਕੇ ਗਏ ਨੇ ਗੁਰੂ ਸਾਹਿਬ ਨੂੰ। ਭਾਈ ਮਹਾਂ ਸੰਘ ਨੇ ਆਪਣੇ ਬਦਾਵੇ ਤੇ ਪੜਾਲੇ ਜਾ ਕੇ। ਤੇ ਯਾਦ ਰੱਖਣਾ, ਸਾਡਾ ਬਦਾਵਾ ਪੜਾਉਣ ਦਾ ਦਿਨ ਕਿਦਣ ਆਏਗਾ? ਸਾਡਾ ਕਿਦਣ ਬਦਾਵੇ ਪੜਾਵਾਂਗੇ ਆਪਣੇ? ਜਿੱਦਣ ਆਪਣੀ ਝੋਲੀ ਕਿਸੇ ਹੋਰ ਦੇ ਅੱਗੇ ਜਾ ਕੇ ਅੜਦੇ ਹਾਂ, ਉਦੋਂ ਅਸੀਂ ਬਦਾਵਾ ਨਹੀਂ ਲੈ ਕੇ ਦਿੰਦੇ ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਨੂੰ ਕਿ ਤੂੰ ਸਾਡਾ ਗੁਰੂ ਨਹੀਂ, ਅਸੀਂ ਤੇਰੇ ਸਿੱਖ ਨਹੀਂ। ਅਸੀਂ ਨਾਲ ਤਿੰਨਾਂ ਵਿੱਚੋਂ ਤੇ ਨਾ 13 ਵਿੱਚੋਂ, ਨਾ ਅਸੀਂ ਉਹਨਾਂ ਵਿੱਚੋਂ ਹਾਂ ਕਿ ਜਿਹੜੇ ਕਹਿਣ ਪਾਤਸ਼ਾਹ ਤੇਰੇ ਵਾਸਤੇ ਮਰਨ ਵਾਸਤੇ ਤਿਆਰ ਹਾਂ। ਕਾਜੀ ਆਖਦਾ ਦੱਸ ਖਾਂ ਮਤੀ ਦੱਸ, ਤੇਰੀ ਆਖਰੀ ਇੱਛਾ ਹੱਲ ਹੋਵੇ, ਜੋ ਤੂੰ ਚਾਹੇ ਉਹ ਤੂੰ ਪਾ ਸਕਦਾ, ਉਹ ਹਾਜ਼ਰ ਹੀ ਉਸੇ ਪਲ ਹੋਵੇ। ਅੱਗੋਂ ਹੱਸ ਕੇ ਕਿਹਾ ਮਤੀ ਦਾਸ, ਹਾਂ ਮੇਰੀ ਆਖਰੀ ਇੱਛਾ ਹੱਲ ਹੋਵੇ, ਮੇਰੇ ਸੀਸ ਉੱਤੇ ਜਦੋਂ ਚੱਲੇ ਆਰਾ, ਮੇਰਾ ਮੁਖ ਗੁਰੂ ਪਿੰਜਰੇ ਵੱਲ ਹੋਵੇ। ਸਾਡੇ ਦੇ ਸਿਰ ਦੇ ਉੱਤੇ ਕੋਈ ਆਰਾ ਵੀ ਨਹੀਂ ਚੱਲ ਰਿਹਾ, ਸਾਨੂੰ ਤੇ ਆਪਣਾ ਘਰ ਵੀ ਨਹੀਂ ਛੱਡਣਾ ਪੈ ਰਿਹਾ, ਸਾਨੂੰ ਤੇ ਆਪਣੇ ਧੀ ਪੁੱਤ ਵੀ ਨਹੀਂ ਸ਼ਹੀਦ ਕਰਾਉਣੇ ਪੈ ਰਹੇ, ਤੇ ਅਸੀਂ ਫਿਰ ਗੁਰੂ ਤੋਂ ਬੇਮੁਖ ਹੋ ਕੇ ਕਿੱਦਾਂ ਜ਼ਿੰਦਗੀ ਕੱਢਦੇ ਪਏ ਹਾਂ। ਦੇਖੋ ਇਹ ਕੋਈ ਗੱਲ ਨਹੀਂ। ਗੁਰੂ ਘਰ ਚ ਆ ਕੇ ਇੱਥੇ ਹੀ ਮੱਥਾ ਟੇਕ ਲਿਆ, ਉੱਥੇ ਵੀ ਮੱਥਾ ਟੇਕ ਲਿਆ, ਉੱਥੇ ਵੀ ਮੱਥਾ ਟੇਕ ਲਿਆ। ਅਸੀਂ ਕਿਸੇ ਦੇ ਇੱਕ ਦੇ ਬਣ ਕੇ ਰਹੀਏ ਤਾਂ ਸਹੀ। ਵਿਆਹ ਹੁੰਦਾ ਨਾ, ਕਿਸੇ ਵਿਆਹ ਹੁੰਦਾ ਕਿਸੇ ਔਰਤ ਦਾ, ਉਹ ਆਪਣੇ ਪਤੀ ਦੇ ਨਾਲ ਰਹੇ, ਉਹਨੂੰ ਸਾਰਾ ਇਲਾਕਾ ਕਹਿੰਦਾ ਇਹ ਸੁਹਾਗਣ ਹੈ। ਕੀ ਹੈ? ਸੁਹਾਗਣ। ਤੇ ਜਦੋਂ ਉਹਨੂੰ ਕਰੈਕਟਰਲੈਸ ਦਾ ਕਿਤੇ ਸਰਟੀਫਿਕੇਟ ਮਿਲ ਜਾਏ, ਫਿਰ ਉਹਨੂੰ ਵੇਸ਼ਵਾ ਕਿਹਾ ਜਾਂਦਾ ਹੈ, ਉਹਨੂੰ ਦੁਹਾਗਣ ਕਿਹਾ ਜਾਂਦਾ ਹੈ। ਦੁਹਾਗਣ ਉਹ ਹੈ ਜਿਹਦੇ ਪਤੀ ਦੋ ਹੋਣ। ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਦੀ ਗੋਦ 'ਚ ਬਹਿ ਕੇ ਬੋਲ ਰਿਹਾ, ਮੈਨੂੰ ਡਰ ਨਹੀਂ। ਉਹ ਦੁਹਾਗਣ ਹੈ। ਇਲਾਕੇ ਦੇ ਲੋਕ, ਸੁਸਾਇਟੀ ਦੇ ਲੋਕ ਉਹਦੇ ਵੱਲ ਉਂਗਲ ਚੁੱਕਦੇ ਨੇ। ਇਸ ਜੱਗ ਮੈਂ ਪੁਰਖ ਏਕ ਹੈ, ਹੋਰ ਸਗਲੀ ਨਾਰ ਸਵਾਈ। ਸਾਡੀ ਪਤੀ ਪਰਮੇਸ਼ਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਪਾਤਸ਼ਾਹ ਦੀ ਬਾਣੀ ਅਕਾਲ ਪੁਰਖ ਵਾਹਿਗੁਰੂ ਹੈ। ਜਦੋਂ ਅਸੀਂ ਆਪਣਾ ਪੱਲਾ ਛੁਡਾ ਕੇ ਕਿਸੇ ਦੇ ਅੱਗੇ ਜਾ ਕੇ ਤੂੰ ਦੇ ਦੇ ਸਾਨੂੰ, ਯਾਦ ਰੱਖਣਾ ਉਦੋਂ ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਦੀ ਨਜ਼ਰਾਂ ਦੇ ਅੰਦਰ ਅਸੀਂ ਦੁਹਾਗਣਾ ਹਾਂ। ਜਿਹਦੇ ਖਸਮ ਦੋ ਹੋਣ ਉਹ ਦੁਹਾਗਣ ਕਹਾਈ ਜਾਂਦੀ ਹੈ। ਸਿੱਧੀ ਭਾਸ਼ਾ ਸ਼ਬਦ ਬੋਲਾਂਗੇ। ਸਾਨੂੰ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਦਾ ਸਰੂਪ ਮਿਲਿਆ ਹੈ 239 ਸਾਲ ਦਾ ਸਮਾਂ ਲਾ ਕੇ, ਤੇ ਬਾਬਾ ਦੀਪ ਸਿੰਘ ਨੇ ਆਪਣਾ ਸਿਰ ਤੇ ਜਿਹੜਾ ਹੈ ਲਵਾ ਲਿਆ, ਸ਼ਹਾਦਤ ਕਬੂਲ ਕਰ ਲਈ, ਤੇ ਪਰ ਫਿਰ ਵੀ ਕਿਹਾ ਕਿ ਮੈਂ ਆਪਣਾ ਪ੍ਰਣ ਕਰਦਾ ਕਿ ਆਪਣਾ ਸੀਸ ਜਿਹੜਾ ਹੈ ਗੁਰੂ ਰਾਮਦਾਸ ਮਹਾਰਾਜ ਪਾਤਸ਼ਾਹ ਤੇਰੇ ਅੰਦਰ ਸਰੀਰ ਦੇ ਵਿੱਚੋਂ ਜਾਨ ਨਿਕਲਣ ਤੋਂ ਬਾਅਦ ਵੀ ਤੈਨੂੰ ਆ ਕੇ ਝੁਕਾਵਾਂਗਾ। ਅਸੀਂ ਆਪਣੇ ਜਿਉਂਦਿਆਂ ਜੀ ਸਿਰ ਕਿਤੇ ਅੱਗੇ ਨਹੀਂ ਝੁਕਾਇਆ ਜਾ ਕੇ। ਸਾਡੇ ਪੁੱਤ ਦਾ ਵਿਆਹ ਨਾ ਹੋਏ, ਅਸੀਂ ਆਪਣੇ ਗੋਡੇ ਮੋਢੇ ਦਰਦ
ਮੋਰਾਂ ਦੇ ਦਰਦ, ਸਿਰ ਦੇ ਦਰਦ, ਬਿਮਾਰੀਆਂ ਲੈ ਕੇ ਝੋਲੀਆਂ ਅੱਡ ਅੱਡ ਕੇ ਜਾ ਰਹੇ ਆ ਕਿ ਸਾਨੂੰ ਤੂੰ ਦੇ ਦੇ, ਸਾਨੂੰ ਤੂੰ ਦੇ ਦੇ, ਸਾਨੂੰ ਤੂੰ ਦੇ ਦੇ। ਹੱਦ ਹੋ ਗਈ। ਜਿਹਦੀ ਗੁਰਬਾਣੀ ਪੜ੍ਹਦੇ ਹੋ, ਨਾਮ ਹੈ ਸੁਖਮਣੀ ਸਾਹਿਬ। ਕੀ ਸੁੱਖਾਂ ਦੀ ਮਣੀ ਹੈ। ਤੇ ਗੁਰੂ ਅਰਜਨ ਦੇਵ ਮਹਾਰਾਜ ਪਾਤਸ਼ਾਹ ਜੀਵਨ ਪੜ੍ਹ ਕੇ ਦੇਖੋ ਕਿੱਡਾ ਵੱਡਾ ਤਸੀਹਾ ਮਿਲਿਆ। ਅਸੀਂ ਬਾਂਹ ਨਹੀਂ ਛਡਾਉਂਦੇ ਆਪਣੇ ਗੁਰੂ ਨਾਨਕ ਦੇਵ ਮਹਾਰਾਜ ਪਾਤਸ਼ਾਹ ਨੂੰ। ਕਿੱਥੇ ਖੜੇ ਹਾਂ ਆਪਾਂ? ਅਸੀਂ ਮੈਂ ਇਹੀ ਆਖਰ ਚ ਬੇਨਤੀ ਕਰਨੀ ਚਾਹਾਂਗਾ, ਜੇਕਰ ਗੁਰੂ ਸਾਹਿਬ ਨੂੰ ਸੀਸ ਝੁਕਾਉਂਦੇ ਆ ਨਾ ਕਿ ਤੂੰ ਸਾਡਾ ਗੁਰੂ ਹੈ, ਮੈਂ ਕਹਿੰਦਾ ਮੇਰਾ ਪਿਓ ਹੈ। ਮੈਂ ਆਪਣੇ ਪਿਓ ਨਾਲ ਬੜਾ ਪਿਆਰ ਕਰਦਾ। ਆਪਣੀ ਪਿਓ ਦੀ ਪੱਗ ਥੱਲੀ ਹੇਠਾਂ ਪਈ ਹੋਏਗੀ, ਉਹਨੂੰ ਚੁੱਕ ਕੇ ਮੱਥੇ ਨਾਲ ਲਾਵਾਂਗਾ। ਮੇਰੇ ਪਿਓ ਦੀ ਪੱਗ ਹੈ, ਮੇਰੇ ਪਿਓ ਦੇ ਬੂਟ ਨੇ, ਉਹਨਾਂ ਨੂੰ ਧੋਵਾਂਗਾ ਮੈਂ। ਮੇਰੇ ਪਿਓ ਦੀ ਸ਼ਰਟ ਉਹਨੂੰ ਪ੍ਰੈਸ ਕਰਾਂਗਾ ਮੈਂ। ਜਿੱਦਾਂ ਮੇਰਾ ਪਿਓ ਮੈਨੂੰ ਕਹੇ ਕਿ ਜਗਦੀਪ ਸਿੰਘ ਮੈਂ ਦਵਾਈ ਲੈ ਕੇ ਆਉਣੀ ਹੈ, ਮੈਨੂੰ ਆਹ ਕੰਮ ਹੈ, ਜਾ ਚਲਿਆ ਜਾ, ਫਿਰ ਮੈਂ ਕਹਾਂਗਾ ਠੰਡ ਬੜੀ ਆ, ਮੋਟਰਸਾਈਕਲ ਕਿੱਦਾਂ ਲੈ ਕੇ ਜਾਵਾਂ ਮੈਂ ਜਾ ਨਹੀਂ ਸਕਦਾ, ਮੈਂ ਹੋਰ ਕਿਤੇ ਜਾ ਰਿਹਾ ਹਾਂ। ਹੁਣ ਅਸੀਂ ਆਏ, ਗੁਰੂ ਗ੍ਰੰਥ ਸਾਹਿਬ ਮਹਾਰਾਜ ਪਾਤਸ਼ਾਹ ਸਾਡੇ ਕੀ ਨੇ? ਪਿਤਾ ਨੇ। ਬਾਹਰੋਂ ਆਏ, ਮੱਥਾ ਟੇਕਿਆ, ਨਿਸ਼ਾਨ ਸਾਹਿਬ ਨੂੰ ਮੱਥਾ ਟੇਕਿਆ, ਰੁਮਾਲਾ ਚਾੜ ਦਿੱਤਾ, ਪਰਿਕਰਮਾ ਕੀਤੀ, ਕੜਾਹ ਪ੍ਰਸ਼ਾਦੀ ਦੇਗ 'ਚ ਹਿੱਸਾ ਪਾ ਦਿੱਤਾ, ਗੋਲਕ 'ਚ ਪੈਸੇ ਪਾ ਦਿੱਤੇ। ਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਪਾਤਸ਼ਾਹ ਨੇ ਕਿਹਾ ਮੇਰੀ ਗੱਲ ਮੰਨਦਾ ਹੈ? ਨਹੀਂ, ਮੈਂ ਮੰਨ ਤੇ ਨਹੀਂ ਸਕਦਾ, ਪਰ ਤੈਨੂੰ ਆਪਣਾ ਪਿਓ ਜ਼ਰੂਰ ਕਹਿੰਦਾ ਹਾਂ। ਅਸੀਂ ਕਿੱਥੇ ਖੜੇ ਹਾਂ? ਸਤਿਗੁਰ ਨਾ ਸਭ ਕੋ ਵੇਖਦਾ, ਜੇਤਾ ਜਗਤ ਸੰਸਾਰ। ਸਾਰੇ ਜਾਣੇ ਵੇਖਦੇ ਹਾਂ। ਡਿਠੇ ਮੁਕਤ ਨਾ ਹੋਵਈ, ਜਿਚਰ ਜਿਨ੍ਹਾਂ ਤੱਕ ਸ਼ਬਦ ਨਾ ਕਰੈ ਵਿਚਾਰ। ਜਿਨ੍ਹਾਂ ਤੱਕ ਸ਼ਬਦ ਦੀ ਵਿਚਾਰ ਨਾ ਕੀਤੀ, ਸਾਡਾ ਦੇਖਿਆ ਹੋਇਆ ਕੋਈ ਪ੍ਰਵਾਨ ਨਹੀਂ। ਸੇਵਕ ਸਿੱਖ ਪੂਜਣ ਸਭ ਆਵੇ, ਸਭ ਗਾਵੇ ਹਰ ਹਰ ਉੱਤਮ ਬਾਣੀ। ਪਰ ਜਦ ਰੱਖਣਾ ਗਾਵਿਆ ਸੁਣਿਆ, ਤਿਨਕਾ ਹਰ ਥਾਏ ਪਾਵੈ, ਜਿਨ ਸਤਿਗੁਰ ਕੀ ਆਗਿਆ ਸਤ ਸਤ ਕਰ ਮਾਨੀ। ਉਧਰ ਸਾਡੀ ਗੁਰੂ ਦੀ ਆਗਿਆ ਨੂੰ ਸਤ ਕਰਕੇ ਜਦੋਂ ਮੰਨ ਲਿਆ, ਫਿਰ ਮਾਲਕ ਦੀ ਨਜ਼ਰਾਂ 'ਚ ਅਸੀਂ ਉਦਣ ਪ੍ਰਵਾਨ ਹੋਵਾਂਗੇ। ਇੱਕ ਬੇਨਤੀ ਕਹਿ ਕੇ ਮੈਂ ਸਮਾਪਤੀ ਕਰ ਦੇਣੀ ਹੈ। ਗੁਰਬਾਣੀ ਦੇ ਸਹਿਜ ਪਾਠ ਅਸੀਂ ਆਪ ਕਰੀਏ। 239 ਸਾਲ ਦਾ ਸਮਾਂ ਲਾ ਕੇ ਸਾਨੂੰ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਮਿਲਿਆ। ਮਾਫ ਕਰਨਾ, ਜੇਕਰ ਤੁਸੀਂ ਨਗਰ ਤੋਂ ਭੇਜਿਆ ਹੈ ਬਾਹਰ ਮੈਨੂੰ ਪੜ੍ਹਨ ਵਾਸਤੇ, ਪ੍ਰਚਾਰ ਕਰਨ ਵਾਸਤੇ। ਤਕਰੀਬਨ 7 ਸਾਲ ਹੋ ਗਏ ਸਟੇਜ ਦੇ ਉੱਤੇ ਬੋਲਦਿਆਂ ਨੂੰ, ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦੀ ਗੁਰਬਾਣੀ ਦੀ ਵਿਆਖਿਆ ਕਰਦਿਆਂ ਨੂੰ। ਜਿੰਨਾ ਕੁ ਸਿੱਖਿਆ ਹੈ, ਤੁਹਾਡਾ ਪੁੱਤ ਬਣ ਕੇ, ਤੁਹਾਡਾ ਪੋਤਾ ਬਣ ਕੇ, ਤੁਹਾਡਾ ਭਰਾ ਬਣ ਕੇ ਤੁਹਾਨੂੰ ਦੱਸਣ ਜਾ ਰਿਹਾ ਹਾਂ। 239 ਸਾਲ ਦਾ ਸਮਾਂ ਲਾ ਕੇ ਸਾਨੂੰ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਸਾਨੂੰ ਅਖੰਡ ਪਾਠ ਕਰਾਉਣ ਵਾਸਤੇ ਨਹੀਂ ਸੀ ਮਿਲੇ। ਜਦ ਕਹਿ ਦਿਓ ਮੈਨੂੰ ਕਿ ਸਾਨੂੰ ਅਖੰਡ ਪਾਠ ਕਰਾਉਣ ਵਾਸਤੇ ਮਿਲੇ ਸੀ। ਚੌਥੇ 10ਵੇਂ ਪਾਤਸ਼ਾਹ ਨੇ ਆਪਣੇ ਪੁੱਤ ਸ਼ਹੀਦ ਕਰਾਏ, ਇਹ ਤਾਂ ਮਿਲਿਆ ਸੀ ਸਾਨੂੰ ਗੁਰੂ ਗ੍ਰੰਥ ਸਾਹਿਬ ਦਾ ਸਰੂਪ। ਪਾਤਸ਼ਾਹ ਮੇਰੇ ਪੁੱਤ ਦਾ ਹੋ ਗਿਆ ਅੱਜ ਵਿਆਹ, ਆਉਣ ਵਾਲੇ ਸਮੇਂ ਜਿਨ੍ਹਾਂ ਤੱਕ ਤੂੰ ਪੋਤਾ ਨਾ ਦਿੱਤਾ, ਮੈਂ ਅਖੰਡ ਪਾਠ ਨਹੀਂ ਕਰਾਉਣਾ। ਮੈਂ ਅਖੰਡ ਪਾਠ ਕਰਾਵਾਂਗਾ ਉਦੋਂ ਜਦੋਂ ਮੈਨੂੰ ਪੋਤਾ ਰਹੇਗਾ। ਮੇਰੇ ਪੋਤੇ ਦਾ ਵਿਆਹ ਕਰਾ ਦੇ, ਮੈਂ ਅਖੰਡ ਪਾਠ ਕਰਾਵਾਂਗਾ। ਸਾਨੂੰ 239 ਸਾਲ ਦਾ ਸਮਾਂ ਲਾ ਕੇ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦੇ ਸਰੂਪ ਅਖੰਡ ਪਾਠ ਕਰਾਉਣ ਵਾਸਤੇ ਮਿਲੇ ਸਨ ਕਿ ਆਪ ਪੜ੍ਹਨ ਵਾਸਤੇ ਮਿਲੇ ਸੀ? ਦਿਓ ਜਵਾਬ। ਅਸੀਂ ਇੱਕ ਕਮਰੇ ਵਿੱਚ ਰਹਿ ਕੇ ਤੇ ਸਾਰੇ ਆਪਣੇ ਕਮਰੇ ਟੀਵੀ ਲਾਏ ਹੋਣੇ ਨੇ। ਕੋਈ ਐਸਾ ਹੈ ਤੁਹਾਡੇ ਚ ਬੈਠਾ ਜਿਹਨੇ ਇੱਕ ਕਮਰੇ 'ਚ 2 ਟੀਵੀ ਲਾਏ ਹੋਣ? ਹੈ ਕੋਈ ਐਸਾ ਜਿਹਨੇ ਇੱਕ ਕਮਰੇ ਦੇ ਵਿੱਚ 2 ਟੀਵੀ ਲਾਏ ਹੋਣ? ਕੋਈ ਨਹੀਂ ਹੈ। ਉਹ ਇੱਕ ਕਮਰੇ ਵਿੱਚ ਇੱਕੋ ਟੀਵੀ ਲੱਗ ਸਕਦਾ ਹੈ, ਤੇ ਅਸੀਂ ਇੱਕ ਕਮਰੇ ਵਿੱਚ 3-3 4-4 5-5 ਅਖੰਡ ਪਾਠ ਸਾਹਿਬ ਕਰਾ ਕੇ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦੀ ਬੇਅਦਬੀ ਨਹੀਂ ਕਰ ਰਹੇ ਕਿਤੇ ਨਾ ਕਿਤੇ? ਇਮਾਨਦਾਰੀ ਨਾਲ ਦੱਸਿਓ। ਬੇਸ਼ੱਕ ਭਾਵੇਂ ਨੂੰ ਬਾਅਦ ਮਾੜਾ ਹੀ ਕਹਿ ਦਿਓ, ਕੋਈ ਚੱਕਰ ਨਹੀਂ, ਪਰ ਜੋ ਸਿੱਖਿਆ ਹੈ ਉਹਨੂੰ ਮੰਨ ਕੇ ਤੇ ਚੱਲੀਏ। ਕਿਹੜਾ ਕੋਈ ਐਸਾ ਹੈ ਜੋ ਰਾਤ ਟੀਵੀ ਲਾ ਕੇ ਕਹੇ ਮੈਂ ਤਾਂ ਲੱਗਿਆ ਸੌਣ, ਤਾਂ ਤੁਹਾਨੂੰ ਸਵੇਰੇ ਸਟੋਰੀ ਸੁਣਾਵਾਂਗਾ ਰਾਤ ਟੀਵੀ 'ਚ ਕੀ ਦੇਖਿਆ ਮੈਂ। ਅਖੰਡ ਪਾਠ ਸਾਹਿਬ ਕਰਾ ਲਿਆ, ਭਾਈ ਜੀ ਗ੍ਰੰਥੀ ਜੀ ਹੱਥ ਪੈਰ ਧੋ ਕੇ ਆਏ, ਨਹਾ ਕੇ ਆਏ, ਪਾਠ ਕਰੀ ਗਏ। ਹੁਣ ਸਵੇਰੇ ਲਾਗੇ ਬੈਠੇ ਨੂੰ ਪੁੱਛੇ ਕੱਲ ਰਾਤੀ ਸੁਣਿਆ ਕੀ ਹੈ ਪਾਠ ਵਿੱਚ? ਮੈਂ ਪ੍ਰਸ਼ਾਦ ਦੀ ਸੇਵਾ ਕਰ ਰਿਹਾ ਸੀ। ਹੱਸ ਕੇ ਦਿਖਾ ਦੇਣਾ। ਜੇ ਇੱਕ ਕਮਰੇ 'ਚ ਅਸੀਂ 2 ਟੀਵੀ ਨਹੀਂ ਲਾ ਸਕਦੇ, ਜੇ ਹੁਣ ਸਾਡੇ ਕੋਲ ਕੋਈ MLA ਕੋਈ ਬੰਦਾ ਆ ਜਾਏ, ਉਹਦੇ ਨਾਲ ਬੈਠ ਕੇ ਅਸੀਂ ਗੱਲਾਂ ਨਾ ਕਰੀਏ,
ਉਹ ਵੱਖਰਾ ਬੈਠਾ ਰਹੇ, ਮੈਂ ਵੱਖਰਾ ਬੈਠੇ ਫੋਨ ਤੇ ਲੱਗਿਆ ਰਵਾਂ। ਉਹ ਕਹੇਗਾ ਹੱਦ ਹੋ ਗਈ, ਲੋਕੀ ਮੈਨੂੰ ਝੋਕੇ ਸਲਾਮ ਕਰਦੇ ਨੇ, ਲੋਕੀ ਮੇਰੇ ਗੋਡੀ ਹੱਥ ਲਾਉਂਦੇ ਨੇ, ਇਹ ਮੇਰੇ ਨਾਲ ਗੱਲ ਹੀ ਨਹੀਂ ਕਰ ਰਿਹਾ। ਜਦੋਂ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਨੂੰ ਅਸੀਂ ਲੈ ਕੇ ਆਪਣੇ ਘਰ ਗਏ, ਅਸੀਂ ਗੱਲ ਹੀ ਨਹੀਂ ਕੀਤੀ, ਗਲਤ ਪਾਠ ਹੋ ਜਾਏਗਾ, ਵੱਧ ਤੋਂ ਵੱਧ ਹੋਰ ਕੀ ਹੋਊਗਾ, ਇਹੀ ਹੋ ਜਾਏਗਾ। ਤੇ ਸਾਨੂੰ ਇੱਕ ਸਾਡੇ ਦਿਮਾਗ 'ਚ ਪਾ ਦਿੱਤੀ, ਇੱਕ ਗੁਰਸਿੱਖ ਪਾਠ ਕਰ ਰਿਹਾ ਸੀ, ਉਹਦੇ ਮੂੰਹ 'ਚ ਚਪੇੜਾਂ ਵੱਜ ਰਹੀਆਂ ਸਨ। ਉਹਨੂੰ ਕਹਿੰਦਾ ਕੀ ਹੋਇਆ? ਕਹਿੰਦਾ ਕਰਤੇ ਕੀ ਮਿਲਤ ਕਰਤਾ ਜਾਣੇ, ਕੇ ਜਾਣੇ। ਗੁਰਸੂਰਾ ਪੜ੍ਹੀ ਜਾਂਦਾ ਸੀ, ਗੁਰੂ ਕਲਗੀਧਰ ਪਾਤਸ਼ਾਹ ਚਪੇੜਾਂ ਮਾਰਦੇ ਸੀ। ਸੁਣੀ ਸਾਖੀ ਕਿ ਨਹੀਂ? ਉਹ ਕਹਿੰਦਾ ਡਰਦਾ ਮੈਂ ਪਾਠ ਹੀ ਨਹੀਂ ਕਰਨਾ, ਗਲਤ ਪਾਠ ਹੋ, ਚਪੇੜਾਂ ਪੈਣਗੀਆਂ। ਤੇ ਪਾਤਸ਼ਾਹ ਮਹਾਰਾਜ ਤੇਰੇ ਸ਼ਬਦਾਂ ਦੇ ਬਾਣ ਦੇ ਨਾਲ ਮੇਰਾ ਜੀਵਨ ਸੁਧਰ ਜਾਏ, ਮੈਨੂੰ ਹੋਰ ਕੀ ਚਾਹੀਦਾ ਹੈ। ਗੁਰਬਾਣੀ ਦੇ ਸਹਿਜ ਪਾਠ ਅਸੀਂ ਆਪ ਕਰੀਏ। ਬੜੀ ਖੁਸ਼ੀ ਹੈ ਕਿ 2 ਸਾਲ ਪਹਿਲਾਂ ਸਹਿਜ ਪਾਠ ਕਰਵਾਏ ਸਨ ਪਿੰਡ ਦੇ ਵਿੱਚ, ਆਰੰਭ ਕੇ ਤਕਰੀਬਨ 9 ਤੋਂ 11 ਪਾਠ ਸਹਿਜ ਪਾਠ ਚੱਲ ਰਹੇ ਸਨ। ਹੁਣ ਛੁੱਟੀ ਆਇਆ ਮੈਂ, ਜੇਕਰ ਕੋਈ ਸਹਿਜ ਪਾਠ ਕਰਨਾ ਚਾਹੁੰਦਾ ਹੋਵੇ ਤੇ ਮੈਨੂੰ ਆਪਣੇ ਨਾਮ ਜਿਹੜੇ ਹਨ ਲਿਖਵਾ ਦੇਣ, ਬਾਬਾ ਜੀ ਨੂੰ ਨਾਮ ਲਿਖਾ ਦੇਣ ਆ ਕੇ। ਉਹਨਾਂ ਨੂੰ ਪੋਥੀਆਂ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦੀਆਂ ਫ੍ਰੀ ਆਫ ਕੋਸਟ, ਕੋਈ ਪੈਸਾ ਨਹੀਂ ਲੱਗੇਗਾ, ਕੇਵਲ ਪੜ੍ਹਨਾ ਹੈ। ਇੱਕ ਦਿਨ ਦੇ ਵਿੱਚ 4 ਅੰਕ ਪੜ੍ਹੋਗੇ, ਤੁਹਾਡਾ 1 ਸਾਲ ਦੇ ਸਹਿਜ ਪਾਠ ਸੰਪੂਰਨ ਹੋਏਗਾ। ਇੱਕ ਦਿਨ 'ਚ 2 ਅੰਕ ਵੀ ਨਹੀਂ ਪੜ੍ਹ ਸਕਦੇ, ਇੱਕ ਦਿਨ 'ਚ 1 ਅੰਕ ਵੀ ਨਹੀਂ ਪੜ੍ਹ ਸਕਦੇ। ਜਿੰਨੀ ਕੁ ਜ਼ਿੰਦਗੀ ਰਹਿ ਗਈ ਹੈ, 4 ਸਾਲ ਦੀ, 5 ਸਾਲ ਦੀ, 2 ਸਾਲ ਦੀ, ਜਿੰਨਾ ਕੁ ਪਾਠ ਕਰ ਸਕਦੇ ਹੋ ਕਰੋ। ਗੁਰਬਾਣੀ ਦੇ ਸਹਿਜ ਪਾਠ ਆਪ ਕਰੋ। ਹੌਲੀ ਹੌਲੀ ਗੁਰਬਾਣੀ ਨੂੰ ਪੜ੍ਹ ਕੇ, ਸਮਝ ਕੇ, ਵਿਚਾਰ ਕੇ ਆਪਣੇ ਜੀਵਨ 'ਚ ਲਾਗੂ ਕਰੀਏ, ਤੇ ਤਾਂ ਗੁਰੂ ਨਾਨਕ ਦੇਵ ਮਹਾਰਾਜ ਪਾਤਸ਼ਾਹ ਨੂੰ ਅਸੀਂ ਆਪਣੀ ਬਾਹ ਫੜਾ ਸਕੀਏ ਕਿ ਪਾਤਸ਼ਾਹ ਤੇਰੇ ਰਾਹ ਦੇ ਅਸੀਂ ਪਾਂਧੀ ਬਣਨ ਵਾਸਤੇ ਤਿਆਰ ਹਾਂ। ਭਾਵੇਂ ਸਾਡਾ ਸਿਰ ਲੱਥ ਜਾਏ, ਪਰ ਅਸੀਂ ਆਪਣਾ ਸਿਰ ਜਿਹੜਾ ਕਿਸੇ ਹੋਰ ਦੇ ਅੱਗੇ ਜਾ ਕੇ ਝੁਕਾਵਾਂਗੇ ਨਹੀਂ। ਮਾਲਕ ਮਿਹਰਮਤ ਕਰਨ, ਕਿਰਪਾ ਕਰਨ। ਬੋਲਦਿਆਂ ਪਾਸੋਂ ਹੋਈਆਂ ਬੇਅੰਤ ਪ੍ਰਕਾਰ ਦੀਆਂ ਗਲਤੀਆਂ ਭੁੱਲਾਂ ਹੋ ਗਈਆਂ ਹਨ। ਗੁਰੂ ਅਤੇ ਗੁਰੂ ਦੀ ਸੰਗਤ ਬਖਸ਼ਣਹਾਰ ਹੈ। ਕੋਟਾਨ ਕੋਟ ਸ਼ੁਕਰਾਨਾ ਹੈ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਪਾਤਸ਼ਾਹ ਜੀ ਦਾ। ਧੰਨਵਾਦ ਹੈ ਸਰਬੱਤ ਸਾਧ ਸੰਗਤ ਦਾ। ਧੰਨਵਾਦ ਹੈ ਸਮੁੱਚੀ ਗੁਰਦੁਆਰਾ ਸਾਹਿਬ ਪ੍ਰਬੰਧਕ ਕਮੇਟੀ ਦਾ, ਅਤੇ ਵਿਸ਼ੇਸ਼ ਧੰਨਵਾਦ ਬਾਬਾ ਸੁੱਚਾ ਸਿੰਘ ਜੀ, ਜਿਨ੍ਹਾਂ ਦੀ ਬਦੌਲਤ ਦਾਸ ਇਸੇ ਨਗਰ ਦੇ ਵਿੱਚ ਰਹਿ ਕੇ ਗੁਰਬਾਣੀ ਦੇ ਪਾਠ ਇਹਨਾਂ ਦੇ ਕੋਲੋਂ ਸਿੱਖ ਕੇ ਅੱਜ ਇਸੇ ਨਗਰ ਤੋਂ ਉੱਠ ਕੇ ਕੌਮ ਦੀ ਸੇਵਾ ਪ੍ਰਚਾਰ ਕਰਨ ਦੀ ਨਿਭਾ ਰਿਹਾ ਹੈ। ਮਾਲਕ ਜੀ ਤਿਨਾਂ ਨੂੰ ਵੀ ਤੰਦਰੁਸਤੀ ਬਖਸ਼ਿਸ਼ ਕਰੇ। ਧੰਨਵਾਦ ਹੈ ਸਰਬੱਤ ਸਾਧ ਸੰਗਤ ਦਾ। ਅੰਤ ਨੂੰ ਬੁਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੂਰਾ ਸੋ ਪਹਿਚਾਨ